सुखमणि सुख अमृत प्रभ नाम भगत जना के मन बिसराम। वाहिगुरु जी का खालसा वाहिगुरु जी की फतेह।
सिमरो तिस रसना आठ पहर 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 आठ पहर सिमरो तिस ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਕਮ ਹੋਇਆ ਹੈ ਸੁਖਮਨੀ ਸਾਹਿਬ ਦੀ ਮਾਨ ਬਾਣੀ ਦੇ 6ਵੀਂ ਅਸ਼ਟਪਦੀ ਦੇ ਅਰਥ ਤੁਹਾਡੇ ਨਾਲ ਸਾਂਝੇ ਕਰਾਂ ਤੇ ਉਹਦੀ ਵਿਚਾਰ ਜਿੱਥੇ ਤੱਕ ਮੇਰੇ ਕੋਲ ਹੋ ਸਕਦੀ ਹੈ ਮੈਂ ਕਰਾਂ। ਸੁਖਮਨੀ ਸਾਹਿਬ ਦੀ ਬਾਣੀ ਦੇ ਰਹਾਉ ਦੀਆਂ ਪੰਕਤੀਆਂ ਪਹਿਲੇ ਅਸ਼ਟਪਦੀ ਵਿੱਚ ਹਨ, ਜਿਹਦੇ ਸੈਂਟਰਲ ਮੈਸੇਜ ਹੈ ਸੁਖਮਨੀ ਦਾ, which is important to understand before we move on with the 6th ਅਸ਼ਟਪਦੀ। ਉਹ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। ਸਾਰੀ ਸੁਖਮਨੀ ਬਾਣੀ ਦਾ ਮੂਲ ਇਹ ਹੈ ਕਿ ਅੰਦਰੋਂ ਸदैवी ਸੁਖ ਦੇਣ ਵਾਲੀ, ਹਮੇਸ਼ਾ ਸੁਖ ਦੇਣ ਵਾਲੀ ਜਿਹੜੀ ਬਾਣੀ ਜਿਹੜੀ ਹੈ, ਉਹ ਸੁਖ ਦੇਣ ਵਾਲੀ ਚੀਜ਼ ਜਿਹੜੀ ਹੈ, ਸੁੱਖਾਂ ਦੀ ਮਣੀ ਜਿਹੜੀ ਹੈ ਜਾਂ ਮਨ ਨੂੰ ਸੁਖ ਦੇਣ ਵਾਲੀ ਬਾਣੀ ਜਿਹੜੀ ਹੈ, ਉਹ ਪ੍ਰਮਾਤਮਾ ਦਾ ਪਿਆਰ ਹੈ, ਉਹ ਪ੍ਰੇਮਾ ਭਗਤੀ ਹੈ ਤੇ ਉਹ ਜੁੜਿਆਂ ਦੀ ਸੰਗਤ ਤੋਂ ਮਿਲਦੀ ਹੈ, ਉਹ ਸੰਤ ਜਨਾਂ ਦੀ ਸੰਗਤ ਤੋਂ ਮਿਲਦੀ ਹੈ ਜਿਹੜੇ ਜੁੜੇ ਹੁੰਦੇ ਹਨ ਉਹਦੇ ਜਨ। ਇਸੇ ਵਾਸਤੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਉਹਨਾਂ ਜੁੜਿਆਂ ਹੋਇਆਂ ਦੀ ਕਥਾ ਬੜੀ ਹੈ, ਉਹਨਾਂ ਜੁੜਿਆਂ ਹੋਇਆਂ ਦੇ ਪੂਰੀਆਂ ਅਸ਼ਟਪਦੀਆਂ ਡਿਵੋਟਡ ਹਨ, ਕਿਉਂਕਿ ਉਹਨਾਂ ਜੁੜਿਆਂ ਹੋਇਆਂ ਦੀ ਸੰਗਤ ਵਿੱਚੋਂ ਪ੍ਰਮਾਤਮਾ ਦਾ ਪਿਆਰ ਤੇ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਮਿਲਦੀ ਹੈ। ਦੋ ਗੱਲਾਂ ਹਨ, ਇੱਕ ਜ਼ਿੰਦਗੀ ਵਿੱਚ ਆਉਣ ਦਾ ਇੱਥੇ ਜਿਹੜਾ ਮਕਸਦ ਹੈ ਜਿਹੜਾ ਸਿੱਖੀ ਦੇ ਹਿਸਾਬ ਦੇ ਨਾਲ, ਉਹ ਇੱਕ ਆਪਣੇ ਕ੍ਰੀਏਟਰ ਨਾਲ ਰਿਲੇਸ਼ਨਸ਼ਿਪ ਇਸਟੈਬਲਿਸ਼ ਕਰਨੀ, ਉਹਦੇ ਨਾਲ ਪਿਆਰ ਕਰਨਾ, ਤੇ ਉਹ ਰਿਲੇਸ਼ਨਸ਼ਿਪ ਇਸਟੈਬਲਿਸ਼ ਕਰਨ ਦਾ ਤਰੀਕਾ ਹੈ ਸਤਸੰਗ, ਗੁਰਬਾਣੀ, ਕੀਰਤਨ ਦੁਆਰਾ, ਸਤਸੰਗ ਦੁਆਰਾ ਜਿਹੜੇ ਜੁੜੇ ਹੋਏ ਹਨ ਉਹਨਾਂ ਦੀ ਸੰਗਤ ਵਿੱਚ ਆ ਕੇ ਇਹ ਉੱਥੋਂ ਉਤਸ਼ਾਹ ਮਿਲਦਾ ਹੈ, ਉੱਥੋਂ ਇੱਕ ਪ੍ਰੇਰਣਾ ਮਿਲਦੀ ਹੈ ਤੇ ਉਹਦੇ ਨਾਲ ਬੰਦਾ ਫਿਰ ਜੁੜਦਾ ਹੈ ਤੇ ਇਸ ਪਾਸੇ ਜੁੜਨ ਵਿੱਚ ਉਹਨੂੰ ਉਸਦੀ ਸਪਿਰਿਚੁਅਲ ਪ੍ਰੋਗਰੈਸ ਵਿੱਚ ਈਜ਼ੀ ਹੋ ਜਾਂਦਾ ਹੈ ਉਸਨੂੰ। ਪਹਿਲੀ ਅਸ਼ਟਪਦੀ ਵਿੱਚ ਕਿਉਂਕਿ ਬਾਣੀ ਲੜੀਵਾਰ ਹੈ, ਸੋ ਸਾਰੀਆਂ ਅਸ਼ਟਪਦੀਆਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਹਨ ਤੇ ਲੌਜੀਕਲ ਡਿਸਕਸ਼ਨ ਹੈ। ਇਸ ਵਾਸਤੇ ਬਿਫੋਰ ਆਈ ਸਟਾਰਟ ਔਨ ਦ 6th ਦੋ ਪਹਿਲੀਆਂ ਜਿਹੜੀਆਂ 5 ਅਸ਼ਟਪਦੀਆਂ ਦਾ ਜਿਹੜਾ ਮੂਲ ਜਿਹੜਾ ਹੈ, ਜਿਹੜਾ ਸਾਰਾਂਸ਼ ਹੈ, ਜਿਹੜਾ ਉਹਦਾ ਸਮਰੀ ਜਿਹੜੀ ਹੈ, ਮੈਂ ਉਹਦੇ ਕੁਝ ਮਿੰਟਾਂ ਵਿੱਚ ਡਿਸਕਸ ਕਰਕੇ ਦੈਨ ਵੀ ਵਿਲ ਮੂਵ ਔਨ ਟੂ ਦ 6th ਅਸ਼ਟਪਦੀ। ਸੋ ਪਹਿਲੇ ਅਸ਼ਟਪਦੀ ਵਿੱਚ ਪਰਮਾਤਮਾ ਦੀ ਸਿਮਰਨ ਦੇ ਉੱਤੇ, ਉਹਦੀ ਯਾਦ ਦੇ ਉੱਤੇ ਫੋਕਸ ਹੈ ਸਾਰਾ, ਤੇ ਯਾਦ ਉਹਨਾਂ ਦੀ ਆਉਂਦੀ ਹੈ ਜਿਨ੍ਹਾਂ ਨਾਲ ਨੇੜਾਪਨ ਹੋਵੇ, ਯਾਦ ਉਹਨਾਂ ਦੀ ਆਉਂਦੀ ਹੈ ਜਿਨ੍ਹਾਂ ਨਾਲ ਬਹੁਤਾ ਪਿਆਰ ਹੋਵੇ। ਹਰ ਬੰਦਾ ਹਰ ਇੱਕ ਨੂੰ ਯਾਦ ਨਹੀਂ ਕਰਦਾ। ਅਸੀਂ ਪਰਿਵਾਰ ਦੇ ਜਿਹੜੇ ਉਹ ਮੈਂਬਰ ਜਿਹੜੇ ਸਾਡੇ ਕਲੋਜ਼ ਹਨ, ਉਹ ਦੂਰ ਚਲੇ ਜਾਣ ਕਿਧਰੇ ਤੇ ਉਹਨਾਂ ਨੂੰ ਯਾਦ ਕਰਦੇ ਹਾਂ। ਅਸੀਂ ਬੱਚੇ ਦੂਰ ਚਲੇ ਜਾਣ ਉਹਨੂੰ ਯਾਦ ਕਰਦੇ ਹਾਂ, ਜਾਂ ਕੋਈ ਭੈਣ ਭਰਾ ਦੂਰ ਚਲਾ ਜਾਏ ਉਹਨੂੰ ਯਾਦ ਕਰਦੇ ਹਾਂ, ਜਾਂ ਹਸਬੈਂਡ ਵਾਈਫ ਇੱਕ ਦੂਸਰੇ ਤੋਂ ਦੂਰ ਹੋ ਜਾਣ ਜਾਂ ਮਾਂ ਪਿਓ ਦੂਰ ਹੋ ਜਾਣ ਤਾਂ ਉਹਨਾਂ ਨੂੰ ਯਾਦ ਕਰਦੇ ਹਾਂ। ਯਾਦ ਤੋਂ ਸਿਮਰਨ ਬਣਿਆ ਹੈ, ਯਾਦ ਤੋਂ ਇਹ ਪ੍ਰੋਸੈਸ ਸ਼ੁਰੂ ਹੁੰਦਾ ਹੈ, ਕਿਉਂਕਿ ਯਾਦ ਕਰਨ ਨਾਲ ਉਸ ਬੰਦੇ ਨਾਲ ਕਲੋਜ਼ਨੈਸ ਆਉਂਦੀ ਹੈ, ਕਲੋਜ਼ਨੈਸ ਆਉਣ ਦੀ ਵਜ੍ਹਾ ਨਾਲ ਯਾਦ, ਸੋ ਦੋਨੋਂ ਚੀਜ਼ਾਂ ਇੰਟਰਕਨੈਕਟਡ ਹਨ। ਤੇ ਇੱਥੇ ਪ੍ਰਮਾਤਮਾ ਦੇ ਭਗਤਾਂ ਦੀ ਰਿਲੇਸ਼ਨਸ਼ਿਪ ਪ੍ਰਮਾਤਮਾ ਨਾਲ ਵੀ ਸਿਮਰਨ ਦੇ ਦੁਆਰਾ ਇਸਟੈਬਲਿਸ਼ ਹੁੰਦੀ, ਕਿਉਂਕਿ ਪਿਆਰ ਬਹੁਤਾ ਕਰਦੇ ਹਨ, ਕਿਉਂਕਿ ਨੇੜਾ ਸਮਝਦੇ ਹਨ ਉਹਨੂੰ। ਨੇੜੇ ਹੋਣ ਦੀ ਵਜ੍ਹਾ ਨਾਲ ਯਾਦ ਬਹੁਤੀ ਆਉਂਦੀ ਉਹਨਾਂ ਦੀ, ਨਾ ਮਿਲਣ ਤੇ ਮਨ ਤੜਪਦਾ ਹੈ, ਬੜਾ ਮਨ ਬਿਰਾਗ ਵਿੱਚ ਚਲਾ ਜਾਂਦਾ ਹੈ। ਤੇ ਪਹਿਲੀ ਅਸ਼ਟਪਦੀ ਵਿੱਚ ਉਸ ਪ੍ਰਮਾਤਮਾ ਨੂੰ ਯਾਦ ਕਰਨ ਦੇ ਜਿਹੜੇ ਫਾਇਦੇ ਹਨ, ਪ੍ਰਭ ਕੈ ਸਿਮਰਨ ਦੇ ਪੂਰੀ ਜਿਹੜੀਆਂ ਅਸ਼ਟਪਦੀਆਂ ਪ੍ਰਭ ਕੈ ਸਿਮਰਨ ਦੇ ਜਿਹੜੇ ਸਟੈਂਜ਼ਾ ਜਿਹੜੇ ਹਨ ਜਿੱਥੇ ਸਿਮਰਨ ਉਹਨਾਂ ਨੇ ਨੂੰ ਸਿਹਾਰੀ ਹੈ, ਉਹਦੇ ਵਿੱਚ ਇਹ ਦੱਸਿਆ ਨੇ ਕਿ ਸਿਮਰਨ ਕਰਨ ਨਾਲ ਕੀ ਹੁੰਦਾ ਹੈ। ਦੁੱਖ ਨਾ ਸੰਤਾਪੇ ਹੈ, ਗਰਭ ਵਿੱਚ ਨਹੀਂ ਆਉਂਦਾ, ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ। ਤੇ ਜਿਹੜੇ ਸਿਮਰਨ ਕਰਦੇ ਹਨ ਉਹਨਾਂ ਦੀ ਕਿਉਂ ਜੀ ਡੈਫੀਨੇਸ਼ਨ, ਪ੍ਰਭ ਕੋ ਸਿਮਰੇ ਸੇ ਦੂਸਰੀ ਅਸ਼ਟਪਦੀ ਵਿੱਚ ਨਾਮ ਦੀ ਡੈਫੀਨੇਸ਼ਨ ਦਿੰਦੇ ਹਨ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਰਸਤਾ ਨਾਮ ਵਾਲਾ ਰਸਤਾ ਹੈ, ਘਰ-ਬਾਰ ਛੋੜਨ ਵਾਲਾ ਰਸਤਾ ਨਹੀਂ, ਕੋਈ ਯੱਗ ਕਰਨ ਵਾਲਾ ਰਸਤਾ ਨਹੀਂ, ਕੋਈ ਤੀਰਥਾਂ ਤੇ ਜਾ ਕੇ ਨਹਾਉਣ ਵਾਲਾ ਰਸਤਾ ਨਹੀਂ।
ਇਹ ਰਸਤਾ ਨਾਮ ਦਾ ਹੈ ਤੇ ਨਾਮ ਦਾ ਰਸਤਾ ਹੈ ਪ੍ਰੇਮਾ ਭਗਤੀ ਵਾਲਾ, ਪ੍ਰਮਾਤਮਾ ਨਾਲ ਪ੍ਰੇਮ ਕਰਨਾ। ਇਸ ਵਾਸਤੇ ਸੈਕੰਡ ਅਸ਼ਟਪਦੀ ਵਿੱਚ ਨਾਮ ਤੁਲ ਕੁਛ ਅਵਰ ਨ ਹੋਈ ਦਾ ਉਪਦੇਸ਼ ਦਿੰਦੇ ਹਨ ਕਿ ਨਾਮ ਸਭ ਤੋਂ ਉੱਚਾ ਹੈ ਰਸਤਾ, ਨਾਮ ਦੀ ਮਹੱਤਮ ਹੈ ਗੁਰੂ ਨਾਨਕ ਦੇ ਘਰ ਵਿੱਚ। ਤੀਸਰੀ ਅਸ਼ਟਪਦੀ ਵਿੱਚ ਇਹ ਦੱਸਦੇ ਹਨ ਕਿ ਬਾਕੀ ਹੋਰ ਵੀ ਰਸਤੇ ਲੋਕਾਂ ਨੇ ਅਪਣਾਏ ਹਨ, ਲੇਕਿਨ ਗੁਰਮਰਿਆਦਾ ਅਨੁਸਾਰ ਅਸੀਂ ਜੈਨ ਮਾਰਗ ਸੰਜਮ ਅਤ ਸਾਧਨ ਵਾਲੇ ਨਿਮਕ ਕਰ ਸਰੀਰ ਕਟਾਵੇ ਵਾਲੇ ਰਸਤੇ ਤੇ ਨਹੀਂ ਜਾਣਾ। ਸਾਡਾ ਰਸਤਾ ਨਾਮ ਵਾਲਾ ਹੈ, ਸਾਡਾ ਰਸਤਾ ਪ੍ਰੇਮਾ ਭਗਤੀ ਵਾਲਾ ਹੈ। ਤੇ ਪ੍ਰੇਮਾ ਭਗਤੀ ਦੋਨੋਂ ਰੂਪ ਵਿੱਚ ਪ੍ਰਵਾਨ ਕੀਤੀ ਨੇ ਸੁਖਮਨੀ ਸਾਹਿਬ ਵਿੱਚ। ਉਹ ਸੂਖਸ਼ਮ ਤੇ ਸਥੂਲ ਰੂਪ ਵਿੱਚ ਹੈ, ਔਰ ਨਿਰਗੁਣ ਸਰਗੁਣ ਦੋਨਾਂ ਰੂਪਾਂ ਵਿੱਚ ਐਸਟੈਬਲਿਸ਼ ਹੋਏ ਹਨ ਦੋਨੋਂ। ਸਰਗੁਣ ਰੂਪ ਵਿੱਚ ਤੁਸੀਂ ਪ੍ਰਮਾਤਮਾ ਨੂੰ ਹਰ ਇੱਕ ਵਿੱਚ ਦੇਖਣਾ ਹੈ, ਹਰ ਜੀਵ ਜੰਤੂ ਵਿੱਚ ਦੇਖਣਾ ਹੈ, ਨੇਚਰ ਵਿੱਚ ਦੇਖਣਾ ਹੈ, ਪਾਣੀ ਵਿੱਚ ਦੇਖਣਾ ਹੈ, ਪਹਾੜਾਂ ਵਿੱਚ ਦੇਖਣਾ ਹੈ। ਇਸ ਵਾਸਤੇ ਨੇਚਰ ਦੀ ਕੁਦਰਤ ਵੀ ਉਸ ਦਾ ਹਿੱਸਾ ਹੈ, ਕੁਦਰਤ ਵਿੱਚੋਂ ਪ੍ਰਮਾਤਮਾ ਹੈ। ਕੁਦਰਤ ਦੀ ਸੇਵਾ ਵੀ ਪ੍ਰਮਾਤਮਾ ਦੀ ਸੇਵਾ ਹੈ ਤੇ ਇਨਸਾਨਾਂ ਦੀ ਸੇਵਾ ਵੀ ਪ੍ਰਮਾਤਮਾ ਦੀ ਸੇਵਾ ਹੈ। ਜੀਵ ਜੰਤੂਆਂ ਦੀ ਸੇਵਾ ਵੀ ਪ੍ਰਮਾਤਮਾ ਦੀ ਆਰਾਧਨਾ ਹੈ। ਇਹ ਮਹਾਰਾਜ ਨੇ ਸਿਖਾਇਆ ਹੈ ਸਾਨੂੰ। ਸੇਵਾ ਉਸ ਸਰਗੁਣ ਰੂਪ ਦੀ ਕਰਨੀ ਹੈ ਤੇ ਨਿਰਗੁਣ ਰੂਪ ਵਿੱਚ ਉਹ ਜਿਹੜਾ ਅਲੱਗ ਹੈ, ਜਿਹੜਾ ਨਜ਼ਰ ਨਹੀਂ ਆਉਂਦਾ, ਜਿਹੜੇ ਤੁਹਾਡੇ ਅੰਦਰ ਹੈ, ਉਹਦੀ ਦਵਾਈ ਸਿਮਰਨ ਹੈ, ਉਹਦੀ ਦਵਾਈ ਯਾਦ ਹੈ। ਤੀਸਰੀ ਅਸ਼ਟਪਦੀ ਵਿੱਚ ਦੱਸਦੇ ਹਨ ਪ੍ਰੇਮਾ ਭਗਤੀ, ਦੋਨੋਂ ਪ੍ਰੇਮਾ ਭਗਤੀਆਂ ਨੂੰ ਕਬੂਲ ਕੀਤਾ ਹੈ ਮਹਾਰਾਜ ਨੇ। ਅੱਗੇ ਜਾ ਕੇ ਹੋਰ ਡਿਟੇਲ ਦੇਣਗੇ ਅਗਲੀਆਂ ਅਸ਼ਟਪਦੀਆਂ ਵਿੱਚ ਨਿਰਗੁਣ ਸਰਗੁਣ ਰੂਪ ਦਾ। ਅੱਗੇ ਜਾ ਕੇ 20th ਵਿੱਚ, 21st, 22nd ਵਿੱਚ ਉੱਥੇ ਇਹ ਵੀ ਬਤਨ ਆਏ ਹਨ ਨਿਰਗੁਣ ਆਪ ਸਰਗੁਣ ਵੀ ਹੋਈ ਕਲਾ ਧਾਰ ਜਿਨ ਸਗਲੀ ਮੋਹੀ। ਨਿਰਗੁਣ ਸਰਗੁਣ ਰੂਪ ਵਿੱਚ ਪ੍ਰੇਮਾ ਭਗਤੀ ਦੇ ਪ੍ਰਵਾਨਤਾ ਤੋਂ ਬਾਅਦ ਅਸ਼ਟਪਦੀ ਨੰਬਰ 4 and 5 ਵਿੱਚ ਜੀਵ ਨੂੰ ਦਰਸਾਉਂਦੇ ਹਨ ਕਿ ਨਿਰਗਿਆਣੀ ਨਿਰਗੁਣਿਆਰੇ ਆਣੀਆਂ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਵਾਲੀ ਉਪਦੇਸ਼ ਦੇ ਕੇ ਸਮਝਾਇਆ ਨਹੀਂ ਕਿ ਤੂੰ ਦੇਖ ਆਸ-ਪਾਸ, ਦੇਖ ਤੈਨੂੰ ਕਿਤਨਾ ਸੰਭਾਲ ਕੇ ਰੱਖਿਆ ਹੈ ਉਸਨੇ, ਜਿਹੜੀਆਂ ਚੀਜ਼ਾਂ ਤੈਨੂੰ ਦਿੱਤੀਆਂ ਹਨ। ਜਿਨ ਕੀਆ ਤਿਸ ਚੀਤ ਰੱਖ, ਜਿਹੜਾ ਤੇਰਾ ਕ੍ਰੀਏਟਰ ਹੈ ਉਸਨੂੰ ਯਾਦ ਕਰ। ਤੂੰ ਪਿਆਰ ਨਾਲ ਸਮਝਾਉਂਦੇ ਹਨ, ਕਈ ਵਾਰੀ ਡਾਂਟ ਵੀ ਲਗਾਉਂਦੇ ਹਨ ਥੋੜੀ। ਤੇ ਉਸ ਤੋਂ ਅਗਲੀ ਅਸ਼ਟਪਦੀ ਵਿੱਚ ਦੇਣ ਹਾਰ ਪ੍ਰਭ ਛੋੜ ਕੇ ਲਾਗੇ ਆਣ ਸੁਆਏ ਵਾਲੀ ਅਸ਼ਟਪਦੀ ਵਿੱਚ ਇਹ ਦਰਸਾਇਆ ਨੇ ਕਿ ਤੁਸੀਂ ਜਿਹੜੇ ਇਹ ਦਰਸਾਇਆ ਨੇ ਕਿ ਜਿਹੜੀਆਂ ਹੋਰ ਡਿਸਟਰੈਕਸ਼ਨ ਜਿਹੜੀਆਂ ਹਨ, ਉਹਨਾਂ ਡਿਸਟਰੈਕਸ਼ਨਸ ਤੋਂ ਅਲੱਗ ਹੋ ਕੇ ਪਰਮਾਤਮਾ ਦੀ ਤਰਫ ਜਦੋਂ ਬੰਦਾ ਨਹੀਂ ਲੱਗਦਾ, ਕਿਉਂਕਿ ਦੁਨਿਆਵੀ ਅਟਰੈਕਸ਼ਨ ਜਿਹੜੀਆਂ ਹਨ, ਡਿਸਟਰੈਕਸ਼ਨ ਜ਼ਿਆਦਾ ਹੋ ਜਾਂਦੀਆਂ ਹਨ। ਤੇ ਉੱਥੇ ਪਿਆਰ ਨਾਲ ਸਮਝਾਇਆ ਉਹਨਾਂ ਨੇ ਕਿ ਇਹ ਬਿਰਥੀ ਸਾਖਤ ਕੀ ਆਰਜਾ, ਤੁਹਾਡੀ ਆਪਣੀ ਜ਼ਿੰਦਗੀ ਤੁਸੀਂ ਵੇਸਟ ਨਾ ਕਰੋ। ਵੇਸਟ ਜੇ ਕਰੋਗੇ ਤੇ ਫਿਰ ਕੋਈ ਮੇਘ ਬਿਨਾ ਜੋ ਖੇਤੀ ਜਾਏ ਵਾਲੀ ਅਵਸਥਾ ਤੁਹਾਡੀ ਨਾ ਹੋਵੇ। ਪਿਆਰ ਨਾਲ ਸਮਝਾਉਂਦੇ ਹਨ, ਡਾਂਟ ਵੀ ਲਗਾਉਂਦੇ ਹਨ ਥੋੜੀ, ਤੇ ਸਮਝਾਉਂਦੇ ਹਨ ਨਾਲ ਕਿ ਦੇਖ ਤੇਰੀ ਇਹੋ ਜਿਹੀ ਹਾਲਤ ਨਾ ਹੋਵੇ ਕਿ ਤੂੰ ਇੱਥੋਂ ਜਾਏ ਤੇ ਆਪਣਾ ਮੂੰਹ ਸ਼ਰਮਿੰਦਗੀ ਵਾਲਾ ਲੈ ਕੇ ਗੁਰੂ ਨਾਨਕ ਪਾਸ ਜਾਏ। ਗੁਰੂ ਕਾ ਸਿੱਖ ਹੈ ਤੂੰ ਹੁਣੇ ਹੀ ਉਸ ਪਾਸੇ ਲੱਗ। ਸੇਵਾ ਔਰ ਸਿਮਰਨ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ, ਜੇ ਬਣਾਏਗਾ ਤੇ ਸੁਖੀ ਰਹੇਗਾ। ਇਸ ਪੁਆਇੰਟ ਤੋਂ ਨੰਬਰ 6 ਅਸ਼ਟਪਦੀ ਸ਼ੁਰੂ ਹੁੰਦੀ ਹੈ ਤੇ ਪ੍ਰਮਾਤਮਾ ਨੂੰ ਯਾਦ ਕਰਨ ਦੇ ਵਸੀਲੇ ਦੱਸਦੇ ਹਨ। ਕਹਿੰਦੇ ਹਨ ਦੇਖ ਜਿਹੜੀਆਂ ਦਾਤਾਂ ਉਸਨੇ ਦਿੱਤੀਆਂ ਹਨ, ਜੇ ਤੈਨੂੰ ਐਵੇਂ ਨਹੀਂ ਯਾਦ ਆਉਂਦਾ ਤੇ ਦੇਖ ਉਹਨਾਂ ਦਾਤਾਂ ਵਿੱਚੋਂ ਉਸਨੂੰ ਯਾਦ ਕਰ। ਇਹ ਦਾਤਾਂ ਉਹਨੇ ਆਪਣੀ ਕਿਰਪਾ ਕਰਕੇ ਦਿੱਤੀਆਂ ਹਨ ਤੈਨੂੰ ਘਰ ਦਿੱਤਾ ਹੈ, ਤੈਨੂੰ ਕੱਪੜੇ ਦਿੱਤੇ ਹਨ, ਰਹਿਣ ਵਾਸਤੇ ਸੁੱਖ ਭਰੇ ਮੰਦਰ ਦਿੱਤੇ ਹਨ, ਹਰ ਚੀਜ਼ ਤੇਰੇ ਵਾਸਤੇ ਦਿੱਤੀ ਹੈ। ਤੇ ਉਹਨਾਂ ਚੀਜ਼ਾਂ ਨੂੰ ਜਦੋਂ ਤੂੰ ਦੇਖਦਾ ਹੈ ਤਾਂ ਉਹਨਾਂ ਵਿੱਚੋਂ ਦੇਣ ਵਾਲੇ ਦੀ ਕਿਰਪਾ ਤੇ ਦੇਣ ਵਾਲੇ ਨੂੰ ਯਾਦ ਕਰ। ਇੱਥੇ ਇੱਕ ਹੋਰ ਥੀਓਲੋਜੀਕਲ ਡਿਫਰੈਂਸ ਇਹ ਵੀ ਹੈ ਕਿ ਇੱਥੇ ਸਿੱਖ ਦੀ ਲਾਈਫ ਵਿੱਚ ਇਹਨਾਂ ਦਾਤਾਂ ਨੂੰ ਕਬੂਲ ਬੰਦਾ ਕਰਦਾ ਹੈ। ਇਹਨਾਂ ਕੋਈ ਗਿਲਟੀ ਫੀਲਿੰਗ ਨਹੀਂ ਹੈ ਕਿ ਘਰ ਵੱਡੇ ਹਨ ਜਾਂ ਚੰਗੀਆਂ ਕਾਰਾਂ ਹਨ ਜਾਂ ਪੜ੍ਹੇ ਲਿਖੇ ਜ਼ਿਆਦਾ ਹਾਂ। ਇਹਦੇ 'ਚੋਂ ਗਿਲਟ ਨਹੀਂ ਹੈ ਕੋਈ। ਇਹ ਦਾਤਾਂ ਹਨ ਉਹਦੀਆਂ, ਉਹਨੂੰ ਮੌਜ ਮਾਣੋ, ਉਹਦੀਆਂ ਘਰ-ਬਾਰ ਨਹੀਂ ਛੋੜਨਾ। ਲੇਕਿਨ ਉਸ ਦਾਤ ਵਿੱਚੋਂ ਉਸ ਦਾਤੇ ਦੀ ਯਾਦ ਆਏ ਤੇ ਉਸ ਦਾਤੇ ਨਾਲ ਪਿਆਰ ਪਵੇ। ਸਿਰਫ ਉਹਨਾਂ ਚੀਜ਼ਾਂ ਨਾਲ ਪਿਆਰ ਨਾ ਪਵੇ ਜਿਹੜੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਗਈਆਂ ਹਨ। ਸਾਰੀ ਦੀ ਸਾਰੀ 6ਵੀਂ ਅਸ਼ਟਪਦੀ ਇਸ ਫੋਕਸ ਤੇ ਹੈ। ਤੇ ਹੁਣ ਇਹ ਬੈਕਗਰਾਉਂਡ ਦੇ ਨਾਲ ਤੁਹਾਨੂੰ ਇਸ ਅਸ਼ਟਪਦੀ ਦੇ ਮੀਨਿੰਗ ਹੋਰ ਵੀ ਕਲੀਅਰ ਹੋ ਜਾਣਗੇ ਜਦੋਂ ਮਹਾਰਾਜ ਇੱਕ ਇੱਕ ਕਰਕੇ ਉਹਨਾਂ ਦਾਤਾਂ ਦਾ ਜ਼ਿਕਰ ਕਰਨਗੇ। ਨੋਟਿਸ ਕਰੋਗੇ ਸਾਧ ਸੰਗਤ ਜੀ ਕਿ ਜਿਸ ਤਰ੍ਹਾਂ ਇਹ ਸਟੈਂਜ਼ਾ ਵਧਣਗੇ ਉਸ ਅਸ਼ਟਪਦੀ ਦੇ, ਤੇ ਦਾਤਾਂ ਜਿਹੜੀਆਂ ਹਨ ਹੋਰ ਜਿਹੜੀਆਂ ਬਹੁਮੁੱਲੀਆਂ ਦਾਤਾਂ ਹਨ ਉਹ ਐਂਡ ਵਿੱਚ ਆਉਣਗੀਆਂ। ਜਿਹੜੀਆਂ ਰੈਗੂਲਰ ਹਨ, ਖਾਣ ਪੀਣ ਦੇ ਸਮਾਨ, ਘਰ ਦੇ ਸਮਾਨ, ਉਹ ਪਹਿਲੇ ਆਏ ਹਨ। ਅੱਗੇ ਜਾ ਕੇ ਵਰਡ ਆਉਣਗੇ ਜੇ ਪ੍ਰਸਾਦ ਕਰਨ ਸੁਨੇ ਨਾਦ, ਜੇ ਪ੍ਰਸਾਦ ਤੂੰ ਪਾਵੇ ਸਾਚ, ਉਹ ਘੱਟ ਲੋਕਾਂ ਨੂੰ ਪ੍ਰਾਪਤੀ ਹੈ। ਤੇ ਜਿਹੜੀਆਂ
ਜਿਹੜੀਆਂ ਬਹੁਤ ਸੂਖਸ਼ਮ ਚੀਜ਼ਾਂ ਹਨ ਜਿਹੜੀਆਂ ਉਹ ਬਾਅਦ ਵਿੱਚ ਡਿਸਕਸ਼ਨ ਆਏਗੀ ਉਹਨਾਂ ਦੀ। ਪਹਿਲੇ ਜਿਹੜੀਆਂ ਰੈਗੂਲਰ ਜਿਹੜੀਆਂ ਚੀਜ਼ਾਂ ਜਿਹੜੀਆਂ ਹਨ ਰੋਜ਼ਮਰਾ ਦੀਆਂ ਉਹਦੀਆਂ ਡਿਸਕਸ਼ਨ ਪਹਿਲੇ ਆਏਗੀ। ਪਹਿਲੇ ਅਰਦਾਸ ਕਰਦੇ ਹਨ ਸ਼ਲੋਕ ਵਿੱਚ, ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਕਾਮ ਕ੍ਰੋਧ, ਕਾਮ ਲਸਟ, ਕ੍ਰੋਧ ਐਂਗਰ, ਲੋਭ ਗਰੀਡ, ਮੋਹ ਅਟੈਚਮੈਂਟ, ਬਿਨਸ ਜਾਏ ਅਹਮੇਵ, ਅਹਮੇਵ ਈਗੋ, ਅਰਮਨੇ ਐਂਡ ਹੈ। ਅਰਦਾਸ ਕਰਦੇ ਹਨ ਪ੍ਰਮਾਤਮਾ ਅੱਗੇ ਕਿ ਮੇਰੇ ਪੰਜ ਜਿਹੜੀਆਂ ਮੈਨੂੰ ਚਿਮੜੇ ਹੋਏ ਹਨ ਪੰਜ ਦੂਤ, ਹੇ ਮੇਰੇ ਦਾਤਾ ਨਾਨਕ ਤੁਹਾਡੀ ਸ਼ਰਨ ਆਇਆ ਹੈ, ਨਾਨਕ ਤੇ ਕਿਰਪਾ ਕਰੋ। ਪ੍ਰਸਾਦ ਦੇ ਦੱਦੇ ਨੂੰ ਔਕੜ ਹੈ, ਕਿਰਪਾ ਕਰੋ। ਜਪਜੀ ਵਾਲਾ ਪ੍ਰਸਾਦ ਗੁਰ ਪ੍ਰਸਾਦ ਦੇ ਦੱਦੇ ਨੂੰ ਸਿਹਾਰੀ ਹੈ। ਅੱਗੇ ਜਾ ਕੇ ਵੀ ਜੇ ਪ੍ਰਸਾਦ ਜਿੱਥੇ ਵਰਡ ਆਣਗੇ ਉੱਥੇ ਦੱਦੇ ਨੂੰ ਸਿਹਾਰੀ ਹੈ, ਇੱਥੇ ਦੱਦੇ ਨੂੰ ਔਕੜ ਹੈ। ਕਿਰਪਾ ਕਰੋ, ਔਰ ਇੱਕ ਜਗ੍ਹਾ ਹੈ ਕਿਰਪਾ ਦੁਆਰਾ ਜਾਂ ਕਿਰਪਾ ਨਾਲ। ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਨਾਨਕ ਤੇ ਕਿਰਪਾ ਕਰੋ। ਹੇ ਨਾਨਕ, ਹੇ ਨਾਨਕ ਮੇਰੇ ਤੇ ਕਿਰਪਾ ਕਰੋ। ਮੇਰੇ ਇਸ ਸਾਰੇ ਜੀਆਂ ਨੂੰ ਇਹ ਪੰਜੋਂ ਵਿਕਾਰ ਤੁਸੀਂ ਲੈ ਲਵੋ, ਇਹ ਹਰ ਲਵੋ ਤੁਸੀਂ। ਹੇ ਮੇਰੇ ਦਾਤਾ ਸਾਡੇ 'ਚ ਖਮਤਾ ਨਹੀਂ ਹੈ, ਤੁਸੀਂ ਮਿਹਨਤ, ਤੁਸੀਂ ਮਿਹਰ ਕਰੋ। ਹੁਣ ਲਿਸਟ ਦਿੰਦੇ ਹਨ ਦਾਤਾ ਜੀ, ਕਿਹੜੀਆਂ ਕਿਹੜੀਆਂ ਦਾਤਾ ਗੁਰੂ ਦਿੰਦਾ ਹੈ ਤੁਹਾਨੂੰ। ਜੇ ਪ੍ਰਸਾਦ 36 ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖ ਮਨ ਮਾਹੇ। ਜਦੋਂ ਤੁਸੀਂ ਕੁਝ ਖਾਂਦੇ ਹੋ, ਤਰ੍ਹਾਂ ਤਰ੍ਹਾਂ ਦੇ ਭੋਜਨ ਪਕਵਾਨ, ਤਰ੍ਹਾਂ ਤਰ੍ਹਾਂ ਦੀਆਂ ਕੁਇਜ਼ੀਨਸ ਤੁਹਾਡੇ ਸਭ ਰੈਸਟੋਰੈਂਟਸ ਵਿੱਚ ਘਰ ਖਾਂਦੇ ਹੋ, ਜਦੋਂ ਖਾਣ ਦੇ ਟਾਈਮ ਉਸ ਪ੍ਰਮਾਤਮਾ ਨੂੰ ਯਾਦ ਕਰੋ। ਤਿਸ ਠਾਕੁਰ ਕੋ ਰਖ ਮਨ ਮਾਹੇ। ਸਾਡੇ ਵੱਡੇ ਬਜ਼ੁਰਗ ਹਮੇਸ਼ਾ ਖਾਣ ਤੋਂ ਪਹਿਲੇ ਅਰਦਾਸ ਕਿਆ ਕਰਦੇ ਸਨ, ਮੱਥਾ ਟੇਕਦੇ ਸਨ ਖਾਣੇ ਨੂੰ ਕਿ ਜਿਸ ਕਾ ਦਿੱਤਾ ਖਾਵਣਾ। ਇਹ ਪੁਰਾਤਨ ਰਵਾਇਤ ਗੁਰੂ ਘਰ ਵਿੱਚ ਰਹੀ ਹੈ। ਖਾਣ ਤੋਂ ਪਹਿਲੇ ਖਾਣ ਦੇ ਅੱਗੇ ਮੱਥਾ ਟੇਕ ਕੇ ਸ਼ੁਕਰੀਆ ਕਰਨਾ ਦੇਣ ਵਾਲੇ ਦਾ। ਉਸ ਠਾਕੁਰ ਨੂੰ ਹਮੇਸ਼ਾ ਯਾਦ ਰੱਖੋ। ਐਟਲੀਸਟ 4 ਟਾਈਮ ਜਦੋਂ ਖਾਂਦੇ ਹੋ ਤੇ ਉਹਨਾਂ 4 ਟਾਈਮ ਵਿੱਚ ਪ੍ਰਮਾਤਮਾ ਨੂੰ ਯਾਦ ਕੀਤਾ ਜਾ ਸਕਦਾ ਹੈ। ਜੇ ਪ੍ਰਸਾਦ ਸੁਗੰਧਿਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ। ਜਿਹੜੀਆਂ ਸੁਗੰਧੀਆਂ ਲਗਾਉਂਦੇ ਹੋ, ਅਤਰ ਲਗਾਉਂਦੇ ਹੋ, ਪਰਫਿਊਮਸ ਲਗਾਉਂਦੇ ਹੋ ਸਰੀਰ ਦੇ ਉੱਤੇ, ਉਹ ਜਿਹੜੇ ਸਰੀਰ ਦੇ ਉੱਤੇ ਲਗਾਉਣ ਜਿੱਥੋਂ ਸੁਗੰਧੀਆਂ ਆਈਆਂ ਹਨ, ਅਤਰ ਦੇਣ ਵਾਲਾ ਜਿਹੜਾ ਹੈ, ਤਿਸ ਕੋ ਸਿਮਰਤ ਪਰਮਗਤ ਪਾਵੇ। ਉਹ ਜਿਹੜੀ ਪਰਮਗਤ ਜਿਹੜੀ ਅਵਸਥਾ ਜਿਹੜੀ ਹੈ ਮਿਲ ਜਾਂਦੀ ਹੈ ਉਸਨੂੰ, ਅਲਟੀਮੇਟ ਸਪਿਰਿਚੁਅਲ ਹੈਪੀਨੈਸ ਉਹਨੂੰ ਮਿਲਦੀ ਹੈ ਜਿਹੜਾ ਪ੍ਰਮਾਤਮਾ ਨੂੰ ਯਾਦ ਬਾਰ-ਬਾਰ ਕਰਦਾ ਹੈ। ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਵੇ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ। ਪਹਿਲੀ ਲਾਈਨ ਆਏ ਹਨ ਬਸੇ ਸੁਖ ਮੰਦਰ, ਸੁੱਖਾਂ ਦੇ ਮੰਦਰ, ਸੁੱਖਾਂ ਦੇ ਘਰ ਵਿੱਚ ਵੱਡੇ ਘਰਾਂ ਵਿੱਚ ਵਸਦਾ ਹੈ। ਤੇ ਅਗਲੀ ਲਾਈਨ ਵਿੱਚ ਵਰਡ ਆਏ ਹਨ ਗ੍ਰਹਿ ਸੰਗ ਸੁਖ ਬਸਨਾ। ਤੇ ਘਰ ਵੱਡੇ ਦਿੱਤੇ ਹਨ, ਵੱਡੇ ਘਰਾਂ ਵਿੱਚ ਸੁਖੀ ਰਹਿਣਾ, ਵੱਡੇ ਘਰਾਂ ਵਿੱਚ ਅੰਡਰਸਟੈਂਡਿੰਗ ਸਪਾਊਸ, ਅੰਡਰਸਟੈਂਡਿੰਗ ਚਿਲਡਰਨ, ਲਵਿੰਗ ਮਦਰ ਐਂਡ ਫਾਦਰ, ਅੱਛੇ ਫਰੈਂਡਸ ਮਿਲ ਜਾਣੇ। ਇਹ ਜਿਹੜੀ ਦਾਤ ਪ੍ਰਮਾਤਮਾ ਦੀ ਤਰਫੋਂ ਜਿਹੜੀ ਮਿਲੀ ਹੈ, ਇਹ ਦੇਣ ਵਾਲਾ ਜਿਹੜਾ ਹੈ ਉਸਨੂੰ ਨਾ ਭੁਲਾਏ ਕਦੀ। ਤਿਸੇ ਧਿਆਏ ਸਦਾ ਮਨ ਅੰਦਰ ਜਾਂ 8 ਪਹਿਰ ਸਿਮਰੋ ਤਿਸ ਰਸਨਾ। ਹਮੇਸ਼ਾ 8 ਪਹਿਰ ਪ੍ਰਮਾਤਮਾ ਦਾ ਨਾਮ। ਤੇ ਪ੍ਰਮਾਤਮਾ ਦਾ ਨਾਮ ਸਾਡੇ ਵਾਸਤੇ ਕੀ ਹੈ? ਪ੍ਰਮਾਤਮਾ ਦਾ ਨਾਮ ਸਾਡੇ ਵਾਸਤੇ ਗੁਰਬਾਣੀ ਹੈ। ਗੁਰਬਾਣੀ ਦਾ ਚਿੰਤਨ ਹੀ ਪ੍ਰਮਾਤਮਾ ਦਾ ਚਿੰਤਨ ਹੈ। ਗੁਰਬਾਣੀ ਦਾ ਕੀਰਤਨ ਹੀ ਪ੍ਰਮਾਤਮਾ ਦਾ ਚਿੰਤਨ ਹੈ। ਗੁਰਬਾਣੀ ਦੀ ਕਥਾ ਹੀ ਪ੍ਰਮਾਤਮਾ ਦਾ ਚਿੰਤਨ ਹੈ। ਗੁਰੂ ਨਾਲ ਜੁੜਨਾ, ਗੁਰਬਾਣੀ ਨਾਲ ਜੁੜਨਾ, ਜੇ ਗੁਰਬਾਣੀ ਨਾਲ ਜਿਤਨਾ ਜੁੜੋਗੇ ਉਤਨਾ ਪ੍ਰਮਾਤਮਾ ਨਾਲ ਜੁੜੋਗੇ, ਉਤਨਾ ਪ੍ਰਮਾਤਮਾ ਨਾਲ ਪਿਆਰ ਜ਼ਿਆਦਾ ਵਧੇਗਾ ਤੁਹਾਡਾ। 8 ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਚਨਾ, 8 ਪਹਿਰ ਸਿਮਰੋ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ, ਖੁਸ਼ੀ ਨਾਲ ਜਦੋਂ ਹਰ ਰਸ ਮਾਣਦੇ ਹੋ ਘਰ ਦਾ, ਕਿਸੇ ਵੀ ਤਰੀਕੇ ਦੇ ਰੰਗ ਰਸ ਹੋਵਣ, ਚਾਹੇ ਵਿਕੇਸ਼ਨ ਦੇ ਰੰਗ ਰਸ ਹੋਵਣ, ਚਾਹੇ ਫਰੈਂਡਸ ਮਿਲਣ ਦੇ ਰੰਗ ਰਸ ਹੋਵਣ, ਕਿਸੇ ਵੀ ਤਰ੍ਹਾਂ ਦੇ ਰੰਗ ਰਸ ਜਿਹੜੇ ਘਰ ਵਿੱਚ ਮਾਣਦੇ ਹੋ, ਜਿਹੜਾ ਰੰਗ ਦੇਣ ਵਾਲਾ ਹੈ, ਜਿਹੜਾ ਪ੍ਰਮਾਤਮਾ ਰਸ ਦੇਣ ਵਾਲਾ ਹੈ, ਉਸ ਨੂੰ ਕਦੀ ਨਾ ਭੁਲਾਓ, ਉਸ ਨੂੰ ਹਮੇਸ਼ਾ ਆਪਣੇ ਅੰਦਰ ਯਾਦ ਰੱਖੋ। ਨਾਨਕ ਸਦਾ ਧਿਆਈ ਹੈ ਧਿਆਵਣ ਜੋਗ। ਜਿਹੜਾ ਧਿਆਵਣ ਜੋਗ ਹੈ, ਜਿਹਨੂੰ ਯਾਦ ਕਰਨਾ ਚਾਹੀਦਾ ਹੈ ਬਾਰ-ਬਾਰ, ਉਸ ਨੂੰ ਹੇ ਮੇਰੇ ਮਨਾ ਕਦੀ ਨਾ ਭੁਲਾ ਤੂੰ। ਇਹ ਦਾਤਾਂ ਦੀ ਲਿਸਟ ਦੇ ਕੇ ਉਸ ਦਾਤਾਂ ਦੀ ਲਿਸਟ ਵਿੱਚ ਉਹ ਦਾਤੇ ਨੂੰ ਢੂੰਡਦੇ ਹਨ ਤੇ ਸਾਨੂੰ ਉਪਦੇਸ਼ ਦਿੰਦੇ ਹਨ ਕਿ ਸਿਵਾਏ ਪ੍ਰੇਮਾ ਭਗਤੀ ਤੋਂ ਤੁਹਾਡੇ ਕੋਲ ਹੋਰ ਕੋਈ ਚਾਰਾ ਨਹੀਂ ਹੈ। ਗੁਰੂ ਨਾਨਕ ਦੇ ਸਿੱਖ ਹੋ ਤੁਸੀਂ, ਕਰਨ ਇੱਥੋਂ ਜਾਣ ਤੋਂ ਪਹਿਲੇ ਇਹ ਅਵਸਥਾ ਤੁਹਾਨੂੰ ਪ੍ਰਾਪਤ ਹੋਵੇ। ਅਗਲੇ ਸਟੈਂਜ਼ਾ ਵਿੱਚ ਇੱਕ ਹੋਰ ਲਿਸਟ ਤਿਆਰ ਕੀਤੀ ਨੇ ਜਿਹੜੀ ਰੋਜ਼ ਦੀ ਦਾਤਾਂ ਹਨ, ਜਿਹੜੀਆਂ ਪਰ ਥੋੜ੍ਹੀਆਂ ਮਹਿੰਗੀਆਂ ਹਨ। ਪਾਠ ਪਟੰਬਰ ਹਵਾਵੇ ਸੋਗ ਸੀਜ
ਸੁਖਸੇਜ ਸੁਈਜੇ ਵਾਲੀ ਦਾਤ ਜਿਹੜੀ ਹੈ। ਪਾਠ ਪਟੰਬਰ ਹਟਾਵੇ ਜੇ ਪ੍ਰਸਾਦ, ਪਾਠ ਪਟੰਬਰ ਹਟਾਵੇ ਤਿਸੇ ਤਿਆਗ ਕਤ ਅਵਰ ਲੁਭਾਵੇ। ਜੇ ਪ੍ਰਸਾਦ ਸੁਖਸੇਜ ਸੁਈਜੇ ਮਨ ਆਠ ਪਹਿਰ ਤਾਂਕਾ ਜਸ ਗਾਵੀਜੇ। ਪਾਠ ਪਟੰਬਰ ਸੋਹਣੇ ਰੇਸ਼ਮੀ ਕੱਪੜੇ, ਭਾਵ ਐਕਸਪੈਂਸਿਵ ਕਲੋਥ ਜਿਹੜੇ ਤੁਸੀਂ ਪਾਉਂਦੇ ਹੋ, ਇਹ ਜਿਹੜਾ ਦੇਣ ਵਾਲਾ ਹੈ, ਜਦੋਂ ਪਾਉਂਦੇ ਹੋ ਤੇ ਉਸ ਨੂੰ ਯਾਦ ਕਰੋ ਜਿਹੜਾ ਦੇਣ ਵਾਲਾ ਹੈ। ਤਿਸੇ ਤਿਆਗਤ ਅਵਰ ਲੁਭਾਵੇ, ਉਸ ਨੂੰ ਛੋੜ ਕੇ ਕਿਸੇ ਹੋਰ ਨਾਲ ਕਿਉਂ ਰਚਦੇ ਹੋ, ਉਸ ਨੂੰ ਛੋੜ ਕੇ ਕਿਸੇ ਹੋਰ ਦਾ ਧਿਆਨ ਕਿਉਂ ਕਰਦੇ ਹੋ। ਦਾਤ ਉਹਨੇ ਦਿੱਤੀ ਹੈ, ਜਿਹੜਾ ਦੇਣ ਵਾਲਾ ਹੈ ਉਹਦਾ ਸ਼ੁਕਰੀਆ ਕਰਨਾ ਤੁਹਾਡਾ ਬਣਦਾ ਹੈ। ਜੇ ਪ੍ਰਸਾਦ ਸੁਖ ਸੇਜ ਸੂਈ, ਜਿਹੜੇ ਸੋਹਣੇ ਬੈੱਡ ਦਿੱਤੇ ਹਨ, ਸੋਹਣੇ ਬਿਸਤਰੇ ਦਿੱਤੇ ਹਨ ਜਿਹਦੇ ਵਿੱਚ ਸੋਹਣੀ ਨੀਂਦ ਤੁਹਾਨੂੰ ਆਉਂਦੀ ਹੈ, ਇਹ ਨੀਂਦ ਦੇਣ ਵਾਲਾ, ਇਹ ਸੋਹਣੇ ਬੈੱਡ ਦੇਣ ਵਾਲਾ, ਆਰਾਮ ਨਾਲ ਨੀਂਦ ਲਿਆਉਣ ਵਾਲਾ, ਉਸ ਨੂੰ ਕਿਉਂ ਭੁਲਾਏ ਬੰਦਾ। ਮਨ ਆਠ ਪਹਿਰ ਤਾਂਕਾ ਜਸ ਗਾਵੇ ਜੀ, ਅੱਠੋਂ ਪਹਿਰ ਉਸ ਦਾ ਜਸ ਗਾਵੇ ਬੰਦਾ। ਤੇ ਜਸ ਕਿਸ ਤਰ੍ਹਾਂ ਗਾਵੇ? ਜਸ ਗਾਵੇ ਦੋਨੋਂ ਰੂਪ ਵਿੱਚ, ਸੇਵਾ ਦੇ ਰੂਪ ਵਿੱਚ ਵੀ ਜਸ ਗਾਵੇ। ਜੇ ਕੋਈ ਦੇਖੇ ਭੁੱਖਾ ਹੈ, ਜੇ ਕੋਈ ਦੇਖੇ ਕੋਈ ਜਿਹਨੂੰ ਮਦਦ ਦੀ ਲੋੜ ਹੈ, ਉਹਨੂੰ ਹਰ ਤਰ੍ਹਾਂ ਦੀ ਮਦਦ ਦੇਵੇ, ਮਾਨਸਿਕ ਮਦਦ ਵੀ ਦੇਵੇ, ਉਹਨੂੰ ਪੈਸੇ ਦੀ ਮਦਦ ਵੀ ਦੇਵੇ। ਇਹ ਸੇਵਾ ਜਿਹੜੀ ਹੈ ਇਹ ਵੀ ਸਿਮਰਨ ਰੂਪ ਵਿੱਚ ਮੰਨੀ ਗਈ ਹੈ। ਇਹ ਸਰਗੁਣ ਰੂਪ ਵਿੱਚ ਹੈ। ਨਿਰਗੁਣ ਰੂਪ ਦੀ ਸੇਵਾ ਜਿਹੜੀ ਹੈ ਉਹ ਸਿਮਰਨ ਰੂਪ ਵਿੱਚ ਹੈ। ਅੰਤਰ ਧਿਆਨ ਹੋ ਕੇ ਸਵੇਰੇ ਉੱਠੇ, ਅੰਮ੍ਰਿਤ ਵੇਲੇ ਉੱਠ ਕੇ ਉਸ ਪ੍ਰਮਾਤਮਾ ਦਾ ਧਿਆਨ ਧਰੇ। ਇਹ ਸੇਵਾ ਵਿੱਚੋਂ ਗੁਣ ਪ੍ਰਾਪਤ ਹੁੰਦੇ ਹਨ। ਇਹ ਗੁਣ ਜਿਹੜੇ ਫਿਰ ਪ੍ਰਪੱਕ ਹੋ ਜਾਂਦੇ ਹਨ ਜਦੋਂ ਸਿਮਰਨ ਅੰਦਰੋਂ ਨਿਕਲਦਾ ਹੈ ਉਹਦੇ। ਜੇ ਪ੍ਰਸਾਦ ਤੁਝ ਸਭ ਕੋ ਮਾਨੇ, ਮੁਖਤਾਂ ਕੋ ਜਸ ਰਸਨ ਬਖਾਨੇ। ਜਿਹਦੀ ਕਿਰਪਾ ਦੇ ਨਾਲ ਤੁਝ ਸਭ ਕੋ ਮਾਣੇ, ਦਿਨ ਤੇਰਾ ਮਾਣ ਇੱਜ਼ਤ ਤੈਨੂੰ ਮਿਲਦੀ ਹੈ, ਆਫਿਸ ਵਿੱਚ ਮਿਲਦੀ ਹੈ, ਗੁਰਦੁਆਰਿਆਂ 'ਚ ਮਿਲਦੀ ਹੈ, ਘਰ ਮਿਲਦੀ ਹੈ, ਪੜ੍ਹਾਈ ਲਿਖਾਈ ਤੇਰੇ, ਤੂੰ ਪੜ੍ਹਿਆ ਲਿਖਿਆ ਹੈ, ਤੈਨੂੰ ਇਸ ਯੋਗ ਪੜ੍ਹਾਇਆ ਹੈ, ਜਿਹੜਾ ਮਾਣ ਤੈਨੂੰ ਪ੍ਰਾਪਤ ਹੈ। ਇਹ ਮਾਣ ਦੇਣ ਵਾਲਾ ਉਹ ਹੈ ਜਿਹੜਾ ਮਾਣ ਦਿੰਦਾ ਹੈ, ਉਸ ਨੂੰ ਕਦੀ ਭੁਲਾਉਣਾ ਨਹੀਂ ਚਾਹੀਦਾ। ਮਹਾਰਾਜ ਕਹਿੰਦੇ ਹਨ ਮੁਖਤਾਂ ਕੋ ਜਸ ਰਸਨ ਬਖਾਨੇ, ਤੇਰੀ ਰਸਨਾ ਤੋਂ ਉਹਦੇ ਜਸ਼ ਵਿੱਚ ਗੁਣ ਨਿਕਲਣ, ਉਹਦੇ ਗੁਣ ਨਿਕਲਣ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਈਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ, ਨਾਨਕ ਪਤ ਸੇਤੀ ਕਰ ਜਾਵੇ। ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਜਿਸ ਦੀ ਕਿਰਪਾ ਦੇ ਨਾਲ ਤੇਰਾ ਧਰਮ ਨਿਭਦਾ ਹੈ। ਤੂੰ ਸਵੇਰੇ ਅੰਮ੍ਰਿਤ ਵੇਲੇ ਉੱਠਦਾ ਹੈ, ਪੰਜ ਬਾਣੀਆਂ ਦਾ ਪਾਠ ਕਰਦਾ ਹੈ, ਕੀਰਤਨ ਕਰਦਾ ਹੈ, ਸੁਣਦਾ ਹੈ, ਜਿਹਦੀ ਕਿਰਪਾ ਦੇ ਨਾਲ ਤੂੰ ਰਾਈਟੀਅਸ ਮਾਰਗ ਤੇ ਚੱਲਦਾ ਵੈਂ। ਇਹ ਵੀ ਤੇਰੀ ਕੋਈ ਆਪਣੀ ਔਕਾਤ ਨਹੀਂ, ਤੇਰੀ ਕੋਈ ਆਪਣੀ ਮਿਹਨਤ ਨਹੀਂ ਹੈ, ਪ੍ਰਮਾਤਮਾ ਦੇਣ ਵਾਲਾ ਹੈ। ਤੇ ਜਿਹੜੀ ਰਾਈਟੀਅਸ ਪਾਸ ਤੇ ਹੈਲਪ ਕਰਦਾ ਹੈ ਤੇਰੀ, ਉਸ ਦੀ ਵੀ ਉਹਦੇ ਉੱਤੇ ਵੀ ਫੋਕਸ ਕਰੋ। ਇਹ ਤੇਰੀ ਆਪਣੀ ਮਿਹਨਤ ਨਹੀਂ ਹੈ, ਉਹ ਤੇਰੀ ਹੈਲਪ ਕਰਦਾ ਹੈ ਰਾਈਟੀਅਸ ਪਾਸ ਤੇ ਜਾਣ ਵਾਸਤੇ, ਧਰਮ ਨਿਭਾਉਣ ਵਾਸਤੇ। ਤੇ ਹਰ ਇੱਕ ਨੇ ਇੱਥੋਂ ਜਾਣਾ ਹੈ ਇੱਕ ਦਿਨ। ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ, ਨਾਨਕ ਪਤ ਸੇਤੀ ਕਰ ਜਾਵੇ। ਇੱਕ ਦਿਨ ਸਭ ਨੇ ਜਾਣਾ ਹੈ ਇੱਥੋਂ, ਕੋਈ ਹਮੇਸ਼ਾ ਵਾਸਤੇ ਰਹਿਣ ਵਾਸਤੇ ਨਹੀਂ ਆਇਆ। ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਦਿੰਦੇ ਹਨ ਕਿ ਜਦੋਂ ਇੱਥੋਂ ਜਾਓ ਤੇ ਗੁਰੂ ਨਾਨਕ ਨੂੰ ਮਿਲੋਗੇ, ਜਦੋਂ ਮਿਲੋਗੇ ਅੱਗੇ ਪ੍ਰਮਾਤਮਾ ਨੂੰ, ਤੇ ਅੱਗੇ ਪਤ ਸੇਤੀ ਇੱਜ਼ਤ ਨਾਲ ਜਾਓ ਆਪਣੇ ਘਰ ਵਾਪਸ, ਬੇਇੱਜ਼ਤ ਹੋ ਕੇ ਨਾ ਜਾਓ ਇੱਥੋਂ। ਜੇ ਬੇਇੱਜ਼ਤ ਹੋ ਕੇ ਜਾਓਗੇ ਤੇ ਸ਼ਰਮਿੰਦਗੀ ਤੁਹਾਨੂੰ ਮਿਲੇਗੀ। ਇੱਜ਼ਤ ਨਾਲ ਜਾਓਗੇ ਉਹਦੇ ਘਰ ਤੇ ਇੱਜ਼ਤ ਨਾਲ ਅੱਖ ਮਿਲਾ ਕੇ ਆਪਣੇ ਗੁਰੂ ਨੂੰ ਕਹਿ ਸਕਦੇ ਹੋ ਜਿਹੜਾ ਉਪਦੇਸ਼ ਤੁਸੀਂ ਗੁਰਬਾਣੀ ਦੇ ਕੇ ਆਏ ਸੀ, ਉਹ ਮੈਂ ਯਥਾ ਸ਼ਕਤ ਆਪਣੀ ਤਰਫੋਂ ਪੂਰਾ ਕੀਤਾ ਹੈ। ਮਹਾਰਾਜ ਉਪਦੇਸ਼ ਕਹਿੰਦੇ ਹਨ ਪ੍ਰਭ ਜੀ ਜਪਤ ਦਰਗਹਿ ਮਾਨ ਪਾਵੇ। ਜਦੋਂ ਜਪਦਾ ਹੈ ਉਸ ਨਾਮ ਨੂੰ, ਜਦੋਂ ਉਸ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਜਦੋਂ ਉਸ ਪ੍ਰਮਾਤਮਾ ਨੂੰ ਪਿਆਰ ਕਰਦਾ ਹੈ, ਤੇ ਪ੍ਰਮਾਤਮਾ ਨੂੰ ਪਿਆਰ ਕਰਨ ਵਾਲਾ ਉਹਦੀ ਕਾਇਨਾਤ ਨੂੰ ਪਿਆਰ ਕਰਦਾ ਹੈ, ਉਹਦੀ ਹਰ ਚੀਜ਼ ਬਣਾਈ ਨੂੰ ਪਿਆਰ ਕਰਦਾ ਹੈ। ਉਹ ਕਾਲਾ ਹੋਵੇ, ਚਾਹੇ ਗੋਰਾ ਹੋਵੇ, ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਜੂਇਸ਼ ਹੋਵੇ, ਚਾਹੇ ਕੋਈ ਬੁੱਧਿਸਟ ਹੋਵੇ, ਉਹਨੂੰ ਇੱਕ ਨਜ਼ਰ ਨਾਲ ਦੇਖਦਾ ਹੈ। ਇੱਕੋ ਨਜ਼ਰ ਨਾਲ ਪ੍ਰਮਾਤਮਾ ਦੇ ਬੰਦਾ ਦੇਖ ਕੇ ਉਹਦੀ ਸੇਵਾ ਕਰਦਾ ਹੈ। ਹੀ ਸੀਜ਼ ਗॉड ਇਨ ਆਲ। ਜੇ ਇਸ ਅਵਸਥਾ ਤੇ ਪਹੁੰਚਣ ਵਾਲੇ ਬੰਦੇ ਦੀ ਇੱਜ਼ਤ ਵੱਧਦੀ ਹੈ ਤੇ ਆਪਣੇ ਘਰ ਸੁੱਖਾਂ ਨੂੰ ਜਾਂਦਾ ਹੈ। ਅਗਲੀਆਂ ਦੋ ਅਸ਼ਪਦੀਆਂ ਵਿੱਚ ਮਹਾਰਾਜ ਇਸੀ ਗੱਲ ਨੂੰ ਅੱਗੇ ਨਿਰੂਪਣ ਕਰਦੇ ਹਨ, ਪਰ ਹੁਣ ਗੱਲ ਜਿਹੜੀ ਹੁਣ ਉਹ ਚੀਜ਼ਾਂ ਦੇ ਬਾਰੇ ਗੱਲ ਕਰਨਗੇ ਜਿਹੜੀਆਂ ਚੀਜ਼ਾਂ ਸਭ ਨੂੰ ਨਸੀਬ ਨਹੀਂ ਹੁੰਦੀਆਂ, ਥੋੜੀਆਂ ਜਿਹੜੀਆਂ ਕਠਿਨ ਹਨ, ਜਿਹੜੀਆਂ ਨਸੀਬ ਕਰਦੀਆਂ। ਫॉर एग्जांपल ਜੈ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਓ ਤਿਸ ਰਾਮ ਸਨੇਹੀ। ਤੇ ਹੈਲਥ ਜਿਹਨੂੰ ਮਿਲਦੀ ਹੈ ਉਹਦੇ ਬਾਰੇ ਡਿਸਕਸ਼ਨ ਆਈ ਹੈ ਹੁਣ। ਜੈ ਪ੍ਰਸਾਦ ਆਰੋਗ ਕੰਚਨ ਦੇਹੀ, ਲਿਵ ਲਾਓ ਤਿਸ ਰਾਮ ਸਨੇਹੀ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਆਰੋਗ ਕੰਚਨ ਦੇਹੀ, ਰੋਗ ਕਹਿੰਦੇ ਹਨ ਕਿਸੇ ਡਿਜ਼ੀਜ਼ ਨੂੰ। ਆਰੋਗ ਜਿਹੜੇ ਬਿਲਕੁਲ ਡਿਜ਼ੀਜ਼ ਨਾ ਕੋਈ ਹੋਵੇ, ਹੈਲਦੀ ਬਾਡੀ ਹੋਵੇ, ਜਿਹਦੀ ਕਿਰਪਾ ਦੇ ਨਾਲ ਤੇਰੀ ਬਾਡੀ ਹੈਲਦੀ ਹੈ, ਤੂੰ ਹਰ ਕੰਮ ਕਰ ਸਕਦਾ ਹੈ, ਅੱਖਾਂ ਤੇਰੀਆਂ ਠੀਕ ਦੇਖਦੀਆਂ ਹਨ,
ਕੰਨ ਤੇਰੇ ਠੀਕ ਸੁਣ ਲੈਂਦੇ ਹਨ, ਤੇਰੇ ਪੈਰ ਠੀਕ ਚੱਲਦੇ ਹਨ, ਤੇਰੇ ਹੱਥ ਠੀਕ ਹਨ, ਤੇਰੀ ਨਾਸਿਕਾ ਠੀਕ ਹੈ, ਤੇਰੀ ਜੀਭ ਠੀਕ ਹੈ। ਜਿਸ ਪ੍ਰਕਾਰ ਜਿਸ ਦੀ ਕਿਰਪਾ ਦੇ ਨਾਲ ਇਹ ਸਾਰੀ ਬੋਡੀਲੀ ਫੰਕਸ਼ਨ ਤੂੰ ਅੱਛੀ ਤਰ੍ਹਾਂ ਆਰੋਗ ਤਰੀਕੇ ਨਾਲ ਆਪਣੇ ਪੂਰੇ ਕਰ ਸਕਦਾ ਹੈ, ਉਸ ਪ੍ਰਮਾਤਮਾ ਜਿਹੜਾ ਦੇਣ ਵਾਲਾ ਹੈ ਆਰੋਗ ਤੈਨੂੰ, ਲਿਵ ਲਾਓ ਤਿਸ ਰਾਮ ਸਨੇਹੀ, ਉਸ ਪ੍ਰਮਾਤਮਾ ਦੇ ਨਾਲ ਲਿਵ ਲਾਓ, ਆਪਣੀ ਉਸ ਪ੍ਰਮਾਤਮਾ ਨਾਲ ਜੁੜੋ। ਤੇ ਜੁੜਨ ਦੇ ਤਰੀਕੇ ਵੀ ਦੱਸੇ ਹਨ। ਉਹ ਗੁਰਬਾਣੀ ਨਾਲ ਜੁੜਨਾ ਹੈ, ਉਸਨੇ ਸਤਸੰਗਤ ਕਰਨੀ ਹੈ, ਭਾਲਣਾ ਹੈ ਉਹਨਾਂ ਸਤਸੰਗੀਆਂ ਵਿੱਚੋਂ ਜਿਹੜੇ ਪ੍ਰਮਾਤਮਾ ਨਾਲ ਪਿਆਰ ਕਰਦੇ ਹਨ, ਉਹਨਾਂ ਦੀ ਸੰਗ ਕਰਨਾ ਹੈ। ਉਹਨਾਂ ਦੇ ਸੰਗ ਵਿੱਚੋਂ ਹੀ ਪ੍ਰਮਾਤਮਾ ਦਾ ਪਿਆਰ ਉਪਜੇਗਾ, ਉੱਥੋਂ ਉਤਸ਼ਾਹ ਮਿਲੇਗਾ। ਤੇ ਜੇ ਇਹੋ ਜਿਹੇ ਬੰਦੇ ਨਹੀਂ ਮਿਲ ਸਕਦੇ, ਫਿਰ ਭਾਈ ਸਾਹਿਬ ਭਾਈ ਵੀਰ ਸਿੰਘ ਇਹਨਾਂ ਦਾ ਸੰਗ ਕਰੇ, ਫਿਰ ਭਾਈ ਜੋਤ ਸਿੰਘ ਇਹਨਾਂ ਦਾ ਸੰਗ ਕਰੇ, ਫਿਰ ਭਾਈ ਗੁਰਦਾਸ ਦਾ ਸੰਗ ਕਰੇ, ਭਾਈ ਨੰਦ ਲਾਲ ਦੀ ਬਾਣੀ ਪੜ੍ਹੇ, ਉੱਥੋਂ ਪ੍ਰੇਰਣਾ ਮਿਲੇਗੀ, ਉੱਥੋਂ ਪਤਾ ਲੱਗੇਗਾ ਕਿ ਕੌਣ ਹੈ ਜੀਵਣੇ, ਕਿਸ ਤਰ੍ਹਾਂ ਜੀਵਣਾ ਹੈ। ਤੇ ਇਹ ਤਰੀਕੇ ਬਾਣੀ ਵਿੱਚ ਦਰਸਾਏ ਗਏ ਹਨ ਸਾਰੇ। ਗੁਰਬਾਣੀ ਦੇ ਜਿਤਨੇ ਨੇੜੇ ਆਓਗੇ ਉਤਨੇ ਤੁਹਾਡੇ ਅੰਦਰੋਂ ਸ਼ੁਕਰ ਦੀ ਭਾਵਨਾ ਵਧੇਗੀ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਓਲਾ ਕਹਿੰਦੇ ਹਨ ਪਰਦੇ ਨੂੰ ਜਾਂ ਕਿਸੇ ਚੀਜ਼ ਨੂੰ ਛੁਪਾ ਕੇ ਰੱਖਣੇ ਵਾਲੇ ਨੂੰ ਓਲਾ ਕਹਿੰਦੇ ਹਨ। ਜਿਹੜੇ ਤੇਰੀਆਂ ਵੀਕਨੈਸਸ ਜਿਹੜੀਆਂ ਗੁਰੂ ਨੇ ਛੁਪਾਈਆਂ ਹੋਈਆਂ ਹਨ, ਤੇਰੀਆਂ ਜਿਹੜੀਆਂ ਵੀਕਨੈਸਸ ਦੂਸਰੇ ਨੂੰ ਰਿਵੀਲ ਨਹੀਂ ਹੁੰਦੀਆਂ, ਜਿਹੜਾ ਛੁਪਾਉਣ ਵਾਲਾ ਜਿਹੜੇ ਤੇਰੇ ਪਰਦੇ ਢੱਕਣ ਵਾਲਾ ਹੈ, ਜਿਹੜੇ ਤੇਰਾ ਓਲਾ ਰੱਖਣ ਵਾਲਾ ਹੈ, ਉਸ ਨੂੰ ਤੇ ਯਾਦ ਕਰ, ਉਸ ਨੂੰ ਬਾਰ-ਬਾਰ ਮਨ ਵਿੱਚ ਚੇਤੇ ਵਿੱਚ ਲੈ ਕੇ ਆ, ਉਸ ਨਾਲ ਪਿਆਰ ਪ੍ਰਾਣ ਦੀ ਕੋਸ਼ਿਸ਼ ਕਰ, ਉਸ ਨੂੰ ਆਪਣੇ ਨੇੜੇ ਸਮਝ। ਉਹ ਹਜ਼ੂਰੀ ਵਿੱਚ ਉਹਦੀ ਹਜ਼ੂਰੀ ਵਿੱਚ ਤੂੰ ਆਪਣੀ ਜ਼ਿੰਦਗੀ ਬਿਤਾ। ਜੇ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵੇ ਹਰ ਹਰ ਜਸ ਕਹਿਤ। ਜੇ ਤੂੰ ਉਸ ਨੂੰ ਬਾਰ-ਬਾਰ ਯਾਦ ਕਰੇਗਾ ਤੇ ਅੰਦਰੋਂ ਸदैवी ਸੁਖ ਦੀ ਪ੍ਰਾਪਤੀ ਹੋਏਗੀ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪ੍ਰਭ ਠਾਕੁਰ ਪ੍ਰਭ ਤਾਕੇ। ਸਗਲ ਛਿਦਰ ਢਾਕੇ, ਛਿਦਰ ਕਹਿੰਦੇ ਹਨ ਵਿਕਾਰਾਂ ਨੂੰ, ਵੀਕਨੈਸਸ ਨੂੰ, ਜਿਹੜੀਆਂ ਤਾਰੀਆਂ ਸਾਰੀਆਂ ਵੀਕਨੈਸਸ ਕਵਰ ਕਰਦਾ ਹੈ ਜਿਹੜੀਆਂ ਤੇਰੀਆਂ। ਉਸ ਪ੍ਰਮਾਤਮਾ ਨੂੰ ਹਮੇਸ਼ਾ ਯਾਦ ਰੱਖ, ਜਿਹੜੀਆਂ ਤੇਰੀਆਂ ਵੀਕਨੈਸਸ ਦੂਸਰੇ ਨੂੰ ਰਿਵੀਲ ਨਹੀਂ ਹੋਣ ਦਿੰਦਾ। ਤੈਨੂੰ ਆਪਣੀਆਂ ਵੀਕਨੈਸਸ ਪਤਾ ਹਨ, ਪਰ ਤੇਰੀਆਂ ਵੀਕਨੈਸਸ ਦੂਸਰਿਆਂ ਦੇ ਉੱਤੇ ਆਣ ਨਹੀਂ ਦਿੰਦਾ। ਉਹ ਜਿਹੜਾ ਘਟ ਕੇ ਜਾਣਨਹਾਰ ਹੈ, ਜਿਹੜਾ ਉਸ ਪ੍ਰਮਾਤਮਾ ਨਾਲ ਆਪਣੀ ਰਿਸ਼ਤਾ ਲਗਾ, ਉਸ ਪ੍ਰਮਾਤਮਾ ਨਾਲ ਆਪਣਾ ਮਨ ਜੋੜ ਤੂੰ। ਮਨ ਸਰਨੀ ਪ੍ਰਭ ਠਾਕੁਰ ਪ੍ਰਭ ਤਾਕੇ, ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਸ ਸਾਸ ਪ੍ਰਭ ਉੱਚੇ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ। ਜਿਸ ਕਿਰਪਾਲੂ ਪ੍ਰਭੂ ਦੀ ਵਜ੍ਹਾ ਨਾਲ ਤੇਰੇ ਤੇ ਕੋਈ ਹੱਥ ਨਹੀਂ ਪਾ ਸਕਦਾ, ਤੈਨੂੰ ਕੋਈ ਛੂ ਨਹੀਂ ਸਕਦਾ, ਭਾਵ ਤੇਰੇ ਤੇ ਕੋਈ ਮਾੜਾ ਕੰਮ ਕਰਨ 'ਚੋਂ ਅਸਮਰਥ ਹਨ, ਜਿਹੜੀ ਤੇਰੀ ਰੱਖਿਆ ਕਰਦਾ ਹੈ, ਉਹਦੇ ਬਾਰੇ ਵੀ ਸੋਚ, ਉਹਦੇ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰ। ਤੁਝ ਕੋ ਨਾ ਪਹੁੰਚੇ, ਤੇਰੇ ਤੱਕ ਜਿਹੜਾ ਪਹੁੰਚ ਨਹੀਂ ਸਕਦਾ, ਜਿਹੜੀ ਤੇਰੀ ਹਮੇਸ਼ਾ ਹਰ ਜਗ੍ਹਾ ਰੱਖਿਆ ਕਰਦਾ ਹੈ, ਘਰ ਬੈਠਿਆਂ ਤੇਰੀ ਰੱਖਿਆ ਹੈ, ਬਾਹਰ ਜਾ ਕੇ ਤੇਰੀ ਰੱਖਿਆ ਹੈ, ਤੇਰਾ ਹਾਰਟ ਠੀਕ ਚੱਲਦਾ ਹੈ, ਤੇਰੀ ਅੱਖਾਂ ਠੀਕ ਚੱਲਦੀਆਂ ਹਨ, ਤੇਰੀਆਂ ਅੱਖਾਂ ਠੀਕ ਦੇਖਦੀਆਂ ਹਨ, ਤੂੰ ਹਰ ਚੀਜ਼ ਠੀਕ ਤਰ੍ਹਾਂ ਕਰ ਸਕਦਾ ਹੈ। ਇਹ ਤੇਰੀਆਂ ਚੀਜ਼ਾਂ ਦੇ ਉੱਤੇ ਜਿਹਦਾ ਕਾਬੂ ਹੈ, ਜਿਹੜੀ ਤੇਰੀਆਂ ਇਹਨਾਂ ਚੀਜ਼ਾਂ ਨੂੰ ਠੀਕ ਤਰ੍ਹਾਂ ਚਲਾਉਂਦਾ ਹੈ, ਭਾਵ ਜਿਹਦੇ ਉੱਤੇ ਤੇਰਾ ਮਿਹਰ ਭਰਿਆ ਹੱਥ ਹੈ, ਉਸ ਮਿਹਰ ਭਰਿਆ ਹੱਥ ਰੱਖਣ ਵਾਲੇ ਦੇ ਉੱਤੇ ਉਸ ਨੂੰ ਨਾ ਭੁਲਾ ਕਦੀ ਆਪਣੀ ਜ਼ਿੰਦਗੀ ਵਿੱਚੋਂ। ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸਰਨੀ ਪ੍ਰਭ ਠਾਕੁਰ ਪ੍ਰਭ ਤਾਕੇ। ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ, ਮਨ ਸਾਸ ਸਾਸ ਪ੍ਰਭ ਸਿਮਰੋ ਪ੍ਰਭ ਉੱਚੇ। ਜੇ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਜਿਹਦੀ ਕਿਰਪਾ ਨਾਲ ਇਹ ਦੁਰਲਭ ਦੇਹ ਦੀ ਪ੍ਰਾਪਤੀ ਤੈਨੂੰ ਹੋਈ ਹੈ, ਜਿਹਦੀ ਕਿਰਪਾ ਨਾਲ ਇਹ ਮਨੁੱਖ ਦੇਹ ਤੈਨੂੰ ਮਿਲਦੀ ਹੈ, ਜਿਸ ਦੇਹੀ ਦੇ ਨਾਲ ਤੂੰ ਸਿਮਰਨ ਸੇਵ ਤੂੰ ਕਰ ਸਕਦਾ ਹੈ, ਜਿਹਦੇ ਨਾਲ ਤੂੰ ਸਿਮਰਨ ਕਰ ਸਕਦਾ ਹੈ, ਜਿਹਦੇ ਨਾਲ ਤੂੰ ਪ੍ਰਮਾਤਮਾ ਨਾਲ ਪਹੁੰਚ ਸਕਦਾ ਹੈ, ਜੀ ਦਾਨ ਜਿਸ ਚੀਜ਼ ਨਾਲ ਮਿਲ ਸਕਦਾ ਹੈ ਤੈਨੂੰ, ਉਸ ਪ੍ਰਮਾਤਮਾ ਤੋਂ ਕਿਉਂ ਪਿੱਛੇ ਹਟਦੇ ਹੋ? ਉਸ ਪ੍ਰਮਾਤਮਾ ਨਾਲ ਕਿਉਂ ਨਹੀਂ ਪਿਆਰ ਕਰਦੇ? ਦੇਖੋ, ਇਨਸਾਨ ਹਰ ਚੀਜ਼ ਨਾਲ ਪਿਆਰ ਕਰ ਸਕਦਾ ਹੈ, ਆਪਣੇ ਧੀਆਂ ਨਾਲ, ਪੁੱਤਰਾਂ ਨਾਲ, ਪੈਸੇ ਨਾਲ, ਘਰ ਨਾਲ, ਜਿਹੜੀ ਚੀਜ਼ ਲਾਈਫ ਦੀ ਹੈ, ਕਿਤਨਾ ਪਿਆਰ ਕਰਦਾ ਹੈ, ਲੇਕਿਨ ਇੱਕ ਪ੍ਰਮਾਤਮਾ ਨਾਲ ਪਿਆਰ ਕਰਨਾ ਔਖਾ ਹੈ ਬੜਾ। ਇੱਥੇ ਹੈਂਡ ਹੋਲਡਿੰਗ ਦੀ ਲੋੜ ਪੈਂਦੀ ਹੈ, ਇੱਥੇ ਗੁਰੂ ਦੀ ਲੋੜ ਪੈਂਦੀ ਹੈ, ਇੱਥੇ ਸਤਸੰਗੀਆਂ ਦੀ ਲੋੜ ਪੈਂਦੀ ਹੈ, ਇੱਥੇ ਬ੍ਰਹਮ ਗਿਆਨੀਆਂ ਦੀ ਲੋੜ ਪੈਂਦੀ ਹੈ, ਇੱਥੇ ਉਹਨਾਂ ਬੰਦਿਆਂ ਦੀ ਜਿਨ੍ਹਾਂ ਨੂੰ ਜਨ ਕਿਹਾ ਗਿਆ ਹੈ, ਜਿਗਿਆਸੂ ਕਿਹਾ ਗਿਆ ਹੈ ਗੁਰਬਾਣੀ ਵਿੱਚ, ਜਿਹੜੇ ਪ੍ਰਮਾਤਮਾ ਨਾਲ ਪਿਆਰ ਕਰਦੇ ਹੋ, ਹਾਲੇ ਪਹੁੰਚੇ ਨਹੀਂ ਹਨ ਬਟ ਉਸ ਰਸਤੇ ਚੱਲ ਪਏ ਹਨ, ਉਹਨਾਂ ਦੀ ਮਦਦ ਦੀ ਲੋੜ ਪੈਣੀ ਹੈ। ਉੱਥੋਂ ਉਤਸ਼ਾਹ ਮਿਲਦਾ ਹੈ ਇੱਥੇ ਜੁੜਨ ਦਾ। ਇਹ ਸਰਫੇਸ ਲੈਵਲ ਦਾ ਪਿਆਰ ਨਹੀਂ ਹੈ, ਇਹ ਪਿਆਰ ਹੈ ਜਿਸ ਤਰ੍ਹਾਂ ਮਾਂ ਤੇ ਆਪਣੇ ਬੱਚੇ ਦੇ ਵਿਚਕਾਰ ਹੁੰਦਾ ਹੈ। ਉਹ ਸੱਚਾ ਪਿਆਰ ਹੈ। ਇਹ ਸੱਚਾ ਪਿਆਰ ਭਗਤਾਂ ਤੇ ਪ੍ਰਮਾਤਮਾ ਦੇ ਵਿਚਕਾਰ ਹੁੰਦਾ ਹੈ, ਜਿਹੜੇ ਗੁਰਬਾਣੀ ਤੋਂ, ਕੀਰਤਨ ਤੋਂ, ਕਥਾ ਤੋਂ,
ਜਿਹੜੇ ਪਹੁੰਚੇ ਹੋਏ ਹਨ ਜਨ, ਉਹਨਾਂ ਦੀਆਂ ਲਿਖਤਾਂ ਤੋਂ ਪੜ੍ਹ ਕੇ ਉਹਨਾਂ ਨਾਲ ਸੰਗ ਕਰਕੇ ਜਿਹੜਾ ਪਿਆਰ ਮਿਲਦਾ ਹੈ, ਉਸ ਪਿਆਰ ਬਾਰੇ ਪ੍ਰਮਾਤਮਾ ਬਾਰੇ ਗੱਲ ਕਰਦੇ ਹਨ ਗੋਬਿੰਦ ਦੇਵ ਮਹਾਰਾਜ। ਜੇ ਪ੍ਰਸਾਦ, ਹੁਣ ਉਹਨਾਂ ਦਾ ਗੱਲ ਦਾ ਜ਼ਿਕਰ ਆਏਗਾ ਜਿਹੜੀਆਂ ਹੋਰ ਔਖੀਆਂ ਹਨ ਮਿਲਣੀਆਂ ਜ਼ਿੰਦਗੀ ਵਿੱਚ। ਜੇ ਪ੍ਰਸਾਦ ਆਭੂਖਨ ਪਹਿਰੀ ਜੇ, ਮਨ ਤੇ ਸਿਮਰਤ ਕਿਉਂ ਆਲਸ ਕੀਜੇ। ਆਭੂਖਨ ਕਹਿੰਦੇ ਹਨ ਜੂਲਰੀ ਨੂੰ, ਆਭੂਖਨ ਕਹਿੰਦੇ ਹਨ ਗਹਿਣਿਆਂ ਨੂੰ। ਜਿਹੜੇ ਬੰਦਾ, ਇਸਤਰੀਆਂ ਤੇ ਮਰਦ ਜਿਹੜੇ ਆਪਣੇ ਸਰੀਰ ਤੇ ਪਾ ਕੇ ਆਪਣੇ ਆਪ ਨੂੰ ਸੋਹਣਾ ਗਿਣਦੇ ਹਨ, ਜਿਹੜਾ ਜਦੋਂ ਆਭੂਖਨ ਪਹਿਨਦੇ ਹੋ, ਜਦੋਂ ਜੂਲਰੀ ਪਹਿਨਦੇ ਹੋ, ਜਦੋਂ ਕੀਮਤੀ ਕੋਈ ਚੀਜ਼ ਇਹੋ ਜਿਹੀ ਆਪਣੇ ਸਰੀਰ ਤੇ ਧਾਰਨ ਕਰਦੇ ਹੋ, ਤੇ ਦੇਣ ਵਾਲੇ ਦੇ ਨਾਮ, ਦੇਣ ਵਾਲੇ ਦੀ, ਉਸ ਨੂੰ ਯਾਦ ਕਰੋ। ਮਨ ਤੇ ਸਿਮਰਤ ਕਿਉਂ ਆਲਸ ਕੀਜੈ। ਜੂਲਰੀ ਪਾਉਣ ਵਾਲੇ ਆਲਸ ਨਹੀਂ ਸੀ, ਤੇ ਉਹਨੂੰ ਯਾਦ, ਜਿਹੜਾ ਦਾਤਾ ਦੇਣ ਵਾਲਾ ਹੈ ਉਹਨੂੰ ਯਾਦ ਕਰਨ ਵਿੱਚ ਆਲਸ ਕਿਉਂ। ਜੇ ਪ੍ਰਸਾਦ ਅਸਵ ਹਸਤ ਅਸਵਾਰੀ। ਅਸਵ ਘੋੜੇ ਨੂੰ ਕਹਿੰਦੇ ਹਨ, ਹਸਤ ਕਹਿੰਦੇ ਹਨ ਹਾਥੀ ਨੂੰ। ਤੇ ਉਸ ਵੇਲੇ ਕਾਰਜ਼ ਨਹੀਂ ਸਨ ਹੁੰਦੀਆਂ, ਇਹ 300-400 ਸਾਲ ਪੁਰਾਣੀ ਗੱਲ ਹੈ, 400 ਸਾਲ ਪੁਰਾਣੀ ਗੱਲ ਹੈ। ਤੇ ਉਸ ਵੇਲੇ ਜਿਹੜੇ ਅਮੀਰ ਸਨ ਉਹ ਹਾਥੀ ਦੀ ਸਵਾਰੀ ਜਾਂ ਘੋੜੇ ਦੀ ਸਵਾਰੀ ਕਰਦੇ ਸਨ। ਘੋੜਾ ਹੋਣਾ ਘਰ ਵਿੱਚ ਜਾਂ ਹਾਥੀ ਹੋਣਾ ਇੱਕ ਅਮੀਰੀਅਤ ਦੀ ਨਿਸ਼ਾਨੀ ਸੀ ਉਸ ਵੇਲੇ। ਮਹਾਰਾਜ ਕਹਿੰਦੇ ਹਨ ਜੇ ਤੇਰੇ ਕੋਲ ਘੋੜੇ ਜਾਂ ਹਾਥੀ ਮੰਦੇ ਹਨ, ਜਾਂ ਤੇਰੇ ਕੋਲ ਐਕਸਪੈਂਸਿਵ ਆਉਣ ਜਾਣ ਦੇ ਜ਼ਰੀਏ ਹਨ, ਕਾਰਾਂ ਹਨ ਤੇਰੇ ਕੋਲ, ਜਿਹੜਾ ਦੇਣ ਵਾਲਾ ਦਾਤਾ ਹੈ, ਉਸ ਦੇਣ ਵਾਲੇ ਦਾਤੇ ਨੂੰ ਯਾਦ ਕਰੋ। ਉਹਨਾਂ ਦਾਤਾ ਨੂੰ ਦੇਖ ਕੇ ਮਨ ਤਿਸ ਪ੍ਰਭ ਕੋ ਕਭੂ ਨਾ ਬਿਸਾਰੀ। ਕਿਉਂ ਉਸ ਮਨ ਨੂੰ, ਕਿਉਂ ਉਸ ਦੇਣ ਵਾਲੇ ਨੂੰ, ਉਸ ਅਸ ਦੇ ਹਾਥੀ ਦੇਣ ਵਾਲੇ ਨੂੰ ਮਨ ਕਦੀ ਵੀ ਉਸ ਨੂੰ ਵਿਸਾਰੇ ਨਾ, ਮਨ ਕਦੀ ਵੀ ਉਹਨੂੰ ਭੁਲਾਏ ਨਾ। ਪਰ ਸੰਗਤ ਜੀ, ਇਹ ਵੀ ਤੁਹਾਡੇ ਵੱਸ ਵਿੱਚ ਨਹੀਂ ਹੈ। ਤੁਹਾਡੇ ਵੱਸ ਵਿੱਚ ਅਰਦਾਸ ਹੈ, ਪਰਮਾਤਮਾ ਦੇ ਅੱਗੇ ਅਰਦਾਸ ਕਰੀਏ, ਹੇ ਮੇਰੇ ਦਾਤਾ, ਇਹ ਤੁਸੀਂ ਜਿਹੜੀਆਂ ਚੀਜ਼ਾਂ ਦਿੱਤੀਆਂ ਹਨ ਮੈਨੂੰ, ਹੁਣ ਤੁਸੀਂ ਇਹ ਚੀਜ਼ਾਂ ਵਿੱਚੋਂ ਤੁਸੀਂ ਨਜ਼ਰ ਆਓ ਤੇ ਮੈਨੂੰ ਤੁਹਾਡਾ ਪਿਆਰ ਮਿਲੇ, ਮੈਂ ਤੁਹਾਡੀ ਮੰਗ ਕਰ ਸਕਾਂ, ਤੁਹਾਨੂੰ ਤੁਹਾਡੇ ਦੇਖਣ ਦੀ ਅਭਿਲਾਸ਼ਾ ਮੇਰੇ ਅੰਦਰ ਪੈਦਾ ਹੋਵੇ, ਮਰਨ ਤੋਂ ਪਹਿਲੇ ਤੁਹਾਡੇ ਦਰਸ਼ਨਾਂ ਦਾ ਅਭਿਲਾਸ਼ੀ ਹੋ ਜਾਵਾਂ ਮੈਂ, ਮੇਰੇ ਅੰਦਰ ਇਹੋ ਜਿਹਾ ਚਾਹ ਪੈਦਾ ਹੋ ਜਾਵੇ। ਪਰ ਇਹੋ ਜਿਹਾ ਚਾਹ ਪੈਦਾ ਕਰਨਾ ਇਹ ਗੁਰਬਾਣੀ ਦੇ ਵਸ ਹੈ, ਤੁਹਾਡੇ ਵਸ ਨਹੀਂ ਹੈ। ਕੀਰਤਨ ਰਾਹੀਂ, ਕਥਾ ਰਾਹੀਂ, ਇਹ ਉਹਨਾਂ ਨੂੰ ਜਿਹੜੇ ਪਹੁੰਚੇ ਹੋਏ ਹਨ ਉੱਥੇ, ਇਹ ਉਹਨਾਂ ਦੇ ਵਿੱਚੋਂ, ਉਹਨਾਂ ਦੇ ਸੰਗ ਕਰਕੇ ਇਹ ਅੰਦਰੋਂ ਇੱਕ ਇੱਛਾ ਪ੍ਰਬਲ ਹੁੰਦੀ ਹੈ ਕਿ ਮੈਂ ਪ੍ਰਮਾਤਮਾ ਦੇ ਦਰਸ਼ਨ ਕਰਨੇ ਹਨ, ਮੈਂ ਗੁਰੂ ਸਾਹਿਬ ਦੇ ਅੰਦਰੂਨੀ ਦਰਸ਼ਨ ਕਰਨੇ ਹਨ, ਅੰਦਰ ਤੇ ਨੇੜੇ ਪਹੁੰਚਣਾ ਹੈ। ਜੀ ਦਾਨ ਦੀ ਜਿਹੜੀ ਪ੍ਰਾਰਥਨਾ ਜਿਹੜੀ ਕਰਦੀ ਹੈ ਉਹ ਕਰਦਾ ਹੈ ਇਨਸਾਨ। ਜੇ ਪ੍ਰਸਾਦ ਬਾਗ ਮਿਲਖ ਤਨਾ, ਰਾਖ ਪਰੋਏ ਪ੍ਰਭ ਆਪਣੇ ਮਨਾ। ਬਾਗ ਮਿਲਖ ਤਨਾ, ਬਾਗ ਬਗੀਚੇ, ਮਿਲਖ ਤਨਾ ਸਟੇਟ, ਜ਼ਮੀਨਾਂ ਵੱਡੀਆਂ ਕਿਸੇ ਨੂੰ ਜਿਹਨੂੰ ਨਸੀਬ ਹੋਈਆਂ ਹਨ, ਤੇ ਉਹਨਾਂ ਜਿਹੜੀਆਂ ਬਾਗ ਮਿਲਖ ਧਨ ਜਿਹੜਾ ਤੈਨੂੰ ਨਸੀਬ ਹੋਇਆ ਹੈ, ਜਿਸ ਪ੍ਰਸਾਦ ਨਾਲ, ਜਿਹਦੀ ਕਿਰਪਾ ਨਾਲ ਹੋਇਆ ਹੈ ਤੈਨੂੰ, ਉਸ ਨੂੰ ਕਿਉਂ ਭੁਲਾਉਂਦਾ ਹੈ। ਰਾਖ ਪਰੋਏ ਮਨ ਆਪਣੇ ਮਨਾ, ਆਪਣੇ ਮਨ ਦੇ ਅੰਦਰ ਪਰੋਲ ਹੈ ਉਸ ਨਾਮ ਨੂੰ, ਉਸ ਪਿਆਰ ਨੂੰ। ਜਿਸ ਤਰ੍ਹਾਂ ਧਾਗੇ ਦੇ ਵਿੱਚ ਮੋਤੀ ਪਰੋਏ ਜਾਂਦੇ ਹਨ ਤੇ ਮੋਤੀ ਧਾਗੇ ਵਿੱਚ ਰਹਿੰਦੇ ਹਨ, ਅਲੱਗ ਨਹੀਂ ਹੁੰਦੇ ਉਹਦੇ ਤੋਂ, ਇੱਕ ਜਗ੍ਹਾ ਤੇ ਖੜੇ ਰਹਿੰਦੇ ਹਨ। ਉਸ ਤਰ੍ਹਾਂ ਮਨ ਦੇ ਵਿੱਚ ਪਰਮਾਤਮਾ ਨੇ ਪ੍ਰੇਮ ਨੂੰ ਪਰੋ, ਪਰਮਾਤਮਾ ਦੇ ਨਾਮ ਨੂੰ ਪਰੋ। ਤੇ ਇਹ ਪਰੋਣਾ, ਪ੍ਰੇਮ ਦਾ ਪਰੋਣੇ ਦੇ ਜਿਹੜਾ ਹੈ, ਪ੍ਰੇਮ ਨੂੰ ਯਾਦ ਕਰਨਾ, ਜਿਹੜਾ ਪ੍ਰੇਮ ਨਾਲ ਪਰਮਾਤਮਾ ਨੂੰ ਯਾਦ ਜਿਹੜਾ ਕਰਨਾ ਹੈ, ਇਹਦੇ ਅੰਦੇਸੇ ਵੀ ਹੈ। ਜਦੋਂ ਪਤਾ ਲੱਗ ਜਾਂਦਾ ਹੈ ਬੰਦੇ ਦੀ ਸਪਿਰਿਚੁਅਲ ਪ੍ਰੋਗਰੈਸ ਹੋਈ ਹੈ, ਉਸ ਬੰਦੇ ਦੇ ਅੰਦਰ ਗੁੱਸਾ ਘਟਣਾ ਸ਼ੁਰੂ ਹੋ ਜਾਂਦਾ ਹੈ, ਗਰੀਡ ਘਟਣੀ ਸ਼ੁਰੂ ਹੋ ਜਾਂਦੀ ਹੈ, ਸਡਨਲੀ ਸੇਵਾ ਕਰਨ ਦਾ ਮਨ ਜ਼ਿਆਦਾ ਕਰਦਾ ਹੈ, ਉਹਨੂੰ ਆਪ ਮਹਿਸੂਸ ਹੁੰਦਾ ਹੈ ਕਿ ਅੰਦਰੂਨੀ ਖੁਸ਼ੀ ਪੈਦਾ ਹੁੰਦੀ ਹੈ, ਜਿਹੜੀ ਖੁਸ਼ੀ ਨਵੀਂ ਵਰਲਡਲੀ ਪੋਜੈਸ਼ਨ ਤੋਂ ਨਹੀਂ ਮਿਲ ਸਕਦੀ ਤੁਹਾਨੂੰ। ਅਗਲੀ ਲਾਈਨ ਵਿੱਚ ਮਹਾਰਾਜ ਕਹਿੰਦੇ ਹਨ, ਜਿਨ ਤੇਰੀ ਮਨ ਬਨਤ ਬਣਾਈ, ਉਠਤ ਬੈਠ ਸਤ ਸੇ ਧਿਆਈ। ਤੇ ਜਿਹੜੀ ਤੇਰੀ ਬਣਾਉਣ ਵਾਲੀ ਕਾਇਆ, ਜਿਹੜੀ ਮਨ ਨੂੰ ਬਣਾਉਣ ਵਾਲਾ ਹੈ, ਅੱਖਾਂ 'ਚ ਰੋਸ਼ਨੀ ਪਾਉਣ ਵਾਲਾ ਹੈ, ਜ਼ਬਾਨ ਵਿੱਚ ਵੌਇਸ ਦੇਣ ਵਾਲਾ ਹੈ, ਕੰਨਾਂ ਵਿੱਚ ਨਾਦ ਪਾਉਣ ਵਾਲਾ ਹੈ, ਉਸ ਨੂੰ ਕਿਉਂ ਭੁਲਾਏ ਬੰਦਾ, ਉਸ ਨੂੰ ਕਿਉਂ ਨਾ ਯਾਦ ਕਰੇ ਬਾਰ-ਬਾਰ। ਇਹ ਦਾਤਾਂ ਦੀ, ਇਹ ਤੁਹਾਡੇ ਅੰਦਰ ਦੀ ਜਿਹੜੀ ਬਣਤਰ ਜਿਹੜੀ ਹੈ ਵੀ ਪ੍ਰਮਾਤਮਾ ਦੇਣ ਵਾਲਾ ਹੈ, ਤੇ ਉਸ ਪ੍ਰਮਾਤਮਾ ਨੂੰ ਬੰਦਾ ਕਿਉਂ ਭੁਲਾਏ। ਤੇ ਭੁਲਾ ਨਹੀਂ ਸਕਦੇ ਉਹ ਜਿਹੜੇ ਬਾਣੀ ਨਾਲ ਜੁੜਦੇ ਹਨ। ਜਿਤਨਾ ਬਾਣੀ ਨਾਲ ਜ਼ਿਆਦਾ ਲਗਾਵ ਹੋਏਗਾ, ਜਿਤਨਾ ਬਾਣੀ ਦੇ ਨਾਲ ਕਲੋਜ਼ਨੈਸ ਆਏਗੀ, ਤੁਸੀਂ ਮਹਿਸੂਸ ਕਰੋਗੇ ਉਤਨਾ ਪਰਮਾਤਮਾ ਨਾਲ ਕਲੋਜ਼ਨੈਸ ਆਏਗੀ। ਨਹੀਂ ਤੇ ਇੱਕ ਗੱਲ ਮੇਰੀ ਯਾਦ ਰੱਖਿਓ, ਹਮੇਸ਼ਾ ਰਹਿਣ ਵਾਸਤੇ ਕੋਈ ਨਹੀਂ ਆਇਆ ਇੱਥੇ, ਇੱਕ ਦਿਨ ਸਭਨਾਂ ਨੇ ਜਾਣਾ ਹੈ ਇੱਥੋਂ, ਨਾਲ ਕਿਸੇ ਚੀਜ਼ ਨੇ ਨਹੀਂ ਜਾਣਾ, ਨਾਲ ਕੀਰਤਨ ਨੇ ਜਾਣਾ ਹੈ ਤੇ ਨਾਲ ਬਾਣੀ ਨੇ ਜਾਣਾ ਹੈ। ਤੇ ਜਿਹੜੀਆਂ ਚੀਜ਼ਾਂ ਨਾਲ ਜਾਂਦੀਆਂ ਹਨ, ਉਹ ਬੰਦਾ ਉਹ ਧਨ ਵੀ ਇਕੱਠਾ ਕਰੇ ਨਾਲ, ਜਿਹੜੀ ਮਟੀਰੀਅਲ ਪੋਜੀਸ਼ਨ ਦੇ ਨਾਲ ਉਹ ਸਿਮਰਨ ਰੂਪੀ ਧਨ ਤੇ ਸੇਵਾ ਰੂਪੀ ਧਨ ਵੀ ਇਕੱਠਾ ਕਰੇ। ਇਹ ਇਕੱਠਾ ਕਰੇਗਾ ਤੇ ਸੁਖੀ ਰਹੇਗਾ। ਸੁਖਮਨੀ ਦੀਆਂ ਜਿਹੜੀਆਂ
ਬਰਹਾਓ ਦੀਆਂ ਪੰਕਤੀਆਂ ਉਹ ਕਦੀ ਮਨ ਤੋਂ ਵਿਸਾਰੀਆਂ ਨਹੀਂ ਕਿ ਸੁਖ ਬਣੀ ਸੁਖ ਅੰਮ੍ਰਿਤ ਪ੍ਰਭ ਨਾਮ। ਇੱਕ ਪ੍ਰਮਾਤਮਾ ਦਾ ਨਾਮ ਜਾਂ ਪ੍ਰਮਾਤਮਾ ਦੇ ਪਿਆਰ ਤੋਂ ਹੀ ਸਦੀਵੀ ਸੁਖ ਪ੍ਰਾਪਤ ਹੋ ਸਕਦੇ ਨੇ। ਕਿਸੇ ਹੋਰ ਚੀਜ਼ ਤੋਂ ਤੁਹਾਨੂੰ ਕਿਸੇ ਬੰਦੇ ਕੋਲੋਂ ਹਮੇਸ਼ਾ ਵਾਸਤੇ ਸੁਖ ਨਹੀਂ ਮਿਲ ਸਕਦਾ, ਚਾਹੇ ਉਹ ਤੁਹਾਡੇ ਹਸਬੈਂਡ ਹਨ, ਚਾਹੇ ਤੁਹਾਡੀ ਵਾਈਫ ਹਨ, ਚਾਹੇ ਤੁਹਾਡੇ ਬੱਚੇ ਹਨ। ਉਹਨਾਂ ਤੋਂ ਹਮੇਸ਼ਾ ਲਈ ਸੁਖ ਮੰਗਣਾ ਸਮਝ ਲਓ ਡਿਸਅਪਾਇੰਟਮੈਂਟ ਦੇ ਘਰ ਵਿੱਚ ਪ੍ਰਵੇਸ਼ ਤੁਸੀਂ ਕਰ ਗਏ ਹੋ। ਪੈਸੇ ਤੋਂ ਹਮੇਸ਼ਾ ਸੁਖ ਮੰਗਣਾ ਸਮਝ ਲਓ ਡਿਸਅਪਾਇੰਟਮੈਂਟ ਤੁਹਾਨੂੰ ਆਣੀ ਹੈ ਤੁਹਾਡੀ ਲਾਈਫ ਵਿੱਚ। ਮਟੀਰੀਅਲ ਪੋਜੈਸ਼ਨਸ ਤੋਂ ਹਮੇਸ਼ਾ ਵਾਸਤੇ ਸੁਖ ਮੰਗਣਾ, ਤੇ ਜਿਹੜੇ ਡਿਪਰੈਸ ਲੋਕ ਹੁੰਦੇ ਹਨ, ਹੁਣ ਇਹ ਨਹੀਂ ਹੈ ਕਿ ਸਾਰੇ ਗਰੀਬ ਹਨ। ਡਿਪਰੈਸ਼ਨ ਅਮੀਰਾਂ ਨੂੰ ਵੀ ਹੁੰਦੀ ਉਤਨੀ ਹੈ ਜਿਤਨੀ ਗਰੀਬਾਂ ਨੂੰ ਹੁੰਦੀ ਹੈ। ਕਈ ਵੱਡੇ ਵੱਡੇ ਸੈਲੀਬ੍ਰਿਟੀਜ਼ ਜਿਹੜੇ ਹਨ ਉਹ ਸੁਸਾਈਡ ਕਮਿਟ ਕਰ ਲੈਂਦੇ ਹਨ। ਇਹ ਨਹੀਂ ਕਿ ਉਹਨਾਂ ਵਾਸਤੇ ਖਾਣ ਦੀਆਂ ਚੀਜ਼ਾਂ ਘਰ ਨਹੀਂ ਪਈਆਂ ਹੋਈਆਂ, ਕਿਉਂਕਿ ਉਹਨਾਂ ਦੀ ਆਤਮਾ ਭੁੱਖੀ ਹੈ। ਆਤਮਾ ਨੂੰ ਇੱਕ ਅਲੱਗ ਭੋਜਨ ਚਾਹੀਦਾ ਹੈ, ਜਿਸ ਤਰ੍ਹਾਂ ਸਰੀਰ ਨੂੰ ਭੋਜਨ ਚਾਹੀਦਾ ਹੈ ਖਾਣਾ, ਔਰ ਉਹ ਆਤਮਾ ਦਾ ਭੋਜਨ ਨਾਮ ਹੈ। ਆਤਮਾ ਦਾ ਭੋਜਨ ਪ੍ਰੇਮਾ ਭਗਤੀ ਹੈ। ਜੇ ਤੁਸੀਂ ਆਪਣੀ ਲਾਈਫ ਵਿੱਚ ਲੈ ਕੇ ਆਓਗੇ ਤੇ ਸਦੀਵੀ ਸੁਖ ਪਾਓਗੇ। ਮਹਾਰਾਜ ਇਸ ਪੰਕਤੀ ਦੇ ਐਂਡ ਵਿੱਚ ਕਹਿੰਦੇ ਹਨ, ਤਿਸੇ ਧਿਆਏ ਜੋ ਏਕ ਅਲਖ ਹੈ, ਇਹਾਂ ਉਹਾਂ ਨਾਨਕ ਤੇਰੀ ਰੱਖੈ। ਇਹਾਂ ਉਹਾਂ ਇੱਥੇ ਤੇ ਅੱਗੇ ਵੀ, ਇੱਥੇ ਵੀ ਤੇ ਇੱਥੋਂ ਜਾਣ ਤੋਂ ਬਾਅਦ ਵੀ, ਹੇ ਨਾਨਕ ਉਹ ਤੇਰੀ ਰੱਖੇਗਾ। ਜਿਹੜੇ ਧਿਆਨਦੇ ਹਨ ਉਸ ਅਲਖ ਨੂੰ, ਜਿਹੜੇ ਧਿਆਨਦੇ ਹਨ, ਜਿਹੜਾ ਲਖਿਆ ਨਹੀਂ ਜਾ ਸਕਦਾ, ਉਹ ਐਸਾ ਹੈ ਜਿਹੜੇ ਤੇਰੀ ਕੰਪਰੀਹੈਂਸ਼ਨ ਵਿੱਚ ਨਹੀਂ ਆ ਸਕਦਾ। ਉਹ ਐਸਾ ਹੈ ਜਿਹੜੀ ਤੇਰੀ ਸੋਚ ਵਿੱਚ ਨਹੀਂ ਆ ਸਕਦਾ। ਉਹ ਐਸਾ ਹੈ ਕਿ ਤੂੰ ਜਿੰਨੀ ਮਰਜ਼ੀ ਪੜ੍ਹਾਈ ਕਰ ਲੈ, ਜਿਤਨੇ ਮਰਜ਼ੀ ਜਪਜੀ ਦੇ ਟੀਕੇ ਪੜ੍ਹ ਲੈ, ਸੁਖਮਨੀ ਦੇ ਟੀਕੇ ਪੜ੍ਹ ਲੈ, ਉਹ ਤੇਰੇ ਵਸ ਵਿੱਚ ਆਉਣ ਵਾਲਾ ਨਹੀਂ ਹੈ। ਉਹ ਭਗਤਾਂ ਦੇ ਵਸ ਜ਼ਰੂਰ ਹੈ, ਉਹ ਪ੍ਰੇਮਾ ਭਗਤੀ ਦੇ ਵਸ ਹੈ। ਜਿਹੜੇ ਉਹਦੇ ਨਾਲ ਪ੍ਰੇਮ ਕਰਦੇ ਹਨ, ਤੇ ਇਤਿਹਾਸ ਵਿੱਚ ਤੁਹਾਨੂੰ ਬੜੀਆਂ ਸਟੋਰੀਜ਼ ਇਹੋ ਜਿਹੀਆਂ ਮਿਲਣਗੀਆਂ। ਕਿਤਨੇ ਇਹੋ ਜਿਹੇ ਤੁਹਾਨੂੰ ਐਗਜ਼ਾਮਪਲ ਮਿਲਣਗੀਆਂ ਕਿ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ। ਜਿਨ ਪ੍ਰੇਮ ਕੀ ਹੋ ਤਿਨ ਹੀ ਪ੍ਰਭ ਪਾਇਓ ਵਾਲੀ ਅਵਸਥਾ ਉਹਨਾਂ ਨੇ ਪ੍ਰਾਪਤ ਉਹਨਾਂ ਦੀ ਹੋਈ ਹੈ, ਜਿਨ੍ਹਾਂ ਨੇ ਪ੍ਰਮਾਤਮਾ ਨਾਲ ਪ੍ਰੇਮ ਕੀਤਾ ਹੈ। ਤੇ ਪ੍ਰਮਾਤਮਾ ਦਾ ਪ੍ਰੇਮ ਉਹਦੀ ਕੁਦਰਤ ਨਾਲ ਪ੍ਰੇਮ ਹੈ। ਪ੍ਰਮਾਤਮਾ ਦਾ ਪ੍ਰੇਮ ਵੀ ਇਹ ਪ੍ਰੇਮ ਉਹ ਪ੍ਰਵਾਨ ਨਹੀਂ ਹੋਇਆ ਇਸ ਘਰ ਵਿੱਚ ਕਿ ਘਰ-ਬਾਰ ਛੋੜ ਕੇ ਜੰਗਲਾਂ ਵਿੱਚ ਜਾ ਕੇ ਤੇ ਆਪ ਸੁਖੀ ਹੋ ਜਾਵੇ। ਉਹ ਪ੍ਰੇਮ ਇਸ ਘਰ ਵਿੱਚ ਪ੍ਰਵਾਨ ਨਹੀਂ ਹੋਇਆ। ਪ੍ਰੇਮ ਉਹ ਪ੍ਰਮਾਣ ਹੋਇਆ ਹੈ ਕਿ ਲੰਗਰ ਵੀ ਚੱਲਣ, ਜਿੱਥੇ ਮਰਜ਼ੀ ਹੋਵੇ ਕੋਈ ਖਰਾਬੀ, ਉੱਥੇ ਜਾ ਕੇ ਮਦਦ ਕੀਤੀ ਜਾਵੇ। ਜੇ ਖਾਲਸੇ ਨੇ ਨਾਦਰ ਸ਼ਾਹ ਦੇ ਟਾਈਮ ਉਹਨਾਂ ਧੀਆਂ ਨੂੰ ਆਪਣੇ ਘਰ ਘਰ ਪਹੁੰਚਾਇਆ, ਜਿਹੜੀਆਂ ਧੀਆਂ ਲੁਟਾ ਕੇ ਨਾਦਰ ਸ਼ਾਹ ਨਾਲ ਲੈ ਕੇ ਜਾ ਰਿਹਾ ਸੀ ਆਪਣੇ, ਇਹ ਖਾਲਸੇ ਦਾ ਰੂਪ ਹੈ, ਇਹ ਖਾਲਸੇ ਦਾ ਕਰਤੱਵ ਹੈ। ਤੇ ਇਹ ਪ੍ਰੇਮ ਉਹਨੂੰ ਕੁਦਰਤ ਨੂੰ ਵੀ ਪ੍ਰੇਮ ਕਰੇ ਉਤਨਾ ਹੀ, ਤੇ ਉਸ ਪ੍ਰਮਾਤਮਾ ਜਿਹੜਾ ਨਜ਼ਰ ਨਹੀਂ ਆਉਂਦਾ ਨਿਰਗੁਣ ਰੂਪ ਵਿੱਚ, ਉਹ ਬਾਣੀ ਦੁਆਰਾ, ਸਿਮਰਨ ਦੁਆਰਾ, ਇੰਟਰਨਲਾਈਜ਼ ਕਰਨ ਦੁਆਰਾ ਉਹਦੀ ਉਹ ਪ੍ਰਾਪਤੀ ਹੋਵੇ। ਇਹ ਪਹਿਲੇ 4 ਸਟੈਂਜ਼ਾਸ ਦਾ ਭਾਵ ਹੈ। ਭੁੱਲ ਚੁੱਕ ਮਾफ़ ਕਰਨੀ। ਮੈਂ ਨਿਮਾਣਾ ਜੇ ਮੇਰੇ ਕੋਲ ਕੋਈ ਗਲਤੀ ਹੋਵੇ ਤੇ ਆਪਣਾ ਅਣਜਾਣ ਬੱਚਾ ਸਮਝ ਕੇ ਮਾफ़ ਕਰ ਦੇਣਾ। ਅੱਗੋਂ ਤੋਂ ਪ੍ਰਮਾਤਮਾ ਸੇ ਮੇਰੇ ਅੱਗੇ ਵੀ ਅਰਦਾਸ ਕਰਨੀ, ਮੇਰੇ ਵਾਸਤੇ ਵੀ ਕਰਨੀ ਕਿ ਪ੍ਰਮਾਤਮਾ ਸੁਮਤ ਬਖਸ਼ੇ ਮੈਨੂੰ, ਔਰ ਉਹਦੀ ਬਾਣੀ ਨੂੰ ਅੱਛੀ ਤਰ੍ਹਾਂ ਅੱਗੇ ਜਿਹੜਾ ਹੈ ਉਹਨੂੰ ਪ੍ਰੋਜੈਕਟ ਕਰਕੇ ਤੇ ਦੂਸਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼, ਤੇ ਦੂਸਰਿਆਂ ਨੂੰ ਉਹਦੇ ਅਰਥਾਂ ਦੇ ਜਿਹੜੇ ਹਨ, ਮੇਨ ਜਿਹੜਾ ਭਾਵ ਜਿਹੜਾ ਹੈ ਬਾਣੀ ਦਾ, ਉਹ ਤੁਹਾਡੇ ਅੱਗੇ ਲੈ ਕੇ ਜਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ